सतनाम वाहिगुरु साहिब जी। बिलावल महला पहला। थिते घर दसवां जत एक ओंकार सतगुर प्रसाद। एकम एकंकार निराला अमर अजोनी जात न जाला। अगम अगोचर रूप न रेखिया खोजत खोजत घट घट देखिया। एकम एकंकार निराला अमर अजोनी जात न जाला। अगम अगोचर रूप न रेखिया खोजत खोजत घट घट देखिया। जो देख दिखावै तिसको बल जाई गुर प्रसाद परम पद पाई। क्या जप जपों बिन जगदीशै गुर कै शब्द महल घर दिसै। रहाव दूजै भाए लगे पछताने जमदर बाधे आवन जाने। क्या लै आवें क्या ले जाहे सिर जमकाल से चोटां खाहें। बिन गुर शब्द ना छूट सकोए पाखंड कीनै मुक्त न होए। आपे सच किया कर जोड़ अंडज फोड़ जोड़ विछोड़। तरत आकाश किए बैसन को थाओ रात दिनंत किए भौ भाओ। जिन किए कर वेखण हारा अवर ना दूजा सिरजनहारा। तृतीया ब्रह्मा विष्णु महेशा देवी देव उपाय वेसा। ज्योति जाति गणत न आवै जिन साजे सो कीमत पावै। कीमत पाए रहा भरपूर किस नेड़ै किस आखां दूर। चौथ उपाय चारे बेदा खानी चारे बाणी भेदा। अष्ट दसां खट तीन उपाय सो बूझै जिस आप बुझाए। तीन समावै चौथा वासा प्रणवत नानक हम ताके दासा। पंचमे पंच भूत बेताला आप अगोचर पुरख निराला। एक भ्रम भूखे मोह प्यासे एक रस चाख शब्द तृप्तासे। एक रंग राते एक मर धूर एक दार घर साचै देख हदूर। झूठे को नाही पत नाओ कबू ना सूचा काला काओ। पिंजर पंखी बंदिया कोए शेरी भरमै मुक्त ना होए। तो छूटै जां खसम छुड़ाए गुरमत मेले भगत दृढ़ाए। खष्टे खट दर्शन प्रभ साजे
ਅਨਹਦ ਸ਼ਬਦ ਨਿਰਾਲਾ ਵਾਜੇ। ਜੋ ਪ੍ਰਭ ਭਾਵੈ ਤਾਂ ਮਹਿਲ ਬੁਲਾਵੈ। ਸ਼ਬਦੀ ਭੇਦੈ ਤੋ ਪਤ ਪਾਵੈ। ਕਰ ਕਰ ਵੇਸ ਖਪੈ ਜਲ ਜਾਵੈ। ਸਾਚੈ ਸਾਚੇ ਸਾਚ ਸਮਾਵੈ। ਸਪਤਮੀ ਸਤ ਸੰਤੋਖ ਸ਼ਰੀਰ। ਸਾਤ ਸਮੁੰਦ ਭਰੇ ਨਿਰਮਲ ਨੀਰ। ਮੱਜਨ ਸੀਲ ਸਚ ਹਿਰਦੈ ਵਿਚਾਰ। ਗੁਰ ਕੈ ਸ਼ਬਦ ਪਾਵੈ ਸਭ ਪਾਰ। ਮਨ ਸਾਚਾ ਮੁਖ ਸਾਚੋ ਭਾਏ। ਸੱਚ ਨਿਸ਼ਾਨੈ ਠਾਕ ਨ ਪਾਏ। ਅਸ਼ਟਮੀ ਅਸ਼ਟ ਸਿਧ ਬੁੱਧ ਸਾਧੈ। ਸਚ ਨੇਹ ਕੇਵਲ ਕਰਮ ਅਰਾਧੈ। ਪਾਣ ਪਾਣੀ ਅਗਨੀ ਬਿਸਰਾਓ। ਤਹੀਂ ਨਿਰੰਜਨ ਸਾਚੋ ਨਾਉ। ਤਿਸ ਮੈਂ ਮਨੁਆ ਰਿਆ ਭਰਪੂਰ ਲਿਵ ਲਾਏ। ਪ੍ਰਣਵਤ ਨਾਨਕ ਕਾਲ ਨਾ ਖਾਏ। ਤਿਸ ਮੈਂ ਮਨੁਆ ਰਹਿਆ ਲਿਵ ਲਾਏ। ਪ੍ਰਣਵਤ ਨਾਨਕ ਕਾਲ ਨਾ ਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ। ਜਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਬੜ ਭਾਗੀ ਹਰ ਸੰਗਤ ਪਾਵੈ। ਭਾਗਹੀਣ ਭਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਵਾਲੇ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਇਕੱਤਰ ਹੋ ਕੇ ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਔਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਜੀ ਨੇ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖ ਵਾਕ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਇਹ ਥਿੱਤੀ ਬਾਣੀ ਹੈ। 15 ਤਿਥਾਂ ਦੁਆਰਾ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ। ਕਿਉਂਕਿ ਚੰਦਰਮਾ ਦੇ ਹਨੇਰੇ ਔਰ ਚਾਨਣੇ ਪੱਖ ਦੁਆਰਾ ਜੋ 15 ਤਿਥਾਂ ਬਣਦੀਆਂ ਨੇ ਉਹਨਾਂ ਦੁਆਰਾ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ। ਜਿਵੇਂ ਕਿ ਕੱਲ੍ਹ ਪੰਚਮੀ ਸੀ ਤੋਂ ਪੰਚਮ ਥਿਤ ਅਤੇ ਪੁੰਨਿਆ ਤੱਕ ਜਿਹੜੇ ਦਿਨ ਬਣਦੇ ਆ ਉਹ 15 ਤਿਥਾਂ ਬਣਦੀਆਂ ਨੇ। ਉਹਨਾਂ 15 ਤਿਥਾਂ ਦੁਆਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਦੇ ਰਹੇ ਨੇ। ਸ਼ਬਦ ਵਿਸਥਾਰ ਵਾਲਾ ਹੈ। ਆਓ ਜਿੰਨੀ ਕੁ ਵਿਚਾਰ ਸਤਿਗੁਰੂ ਜੀ ਕਰਾਉਣਗੇ ਕਰਾਂਗੇ। ਪਹਿਲੇ ਪਾਤਸ਼ਾਹ ਆਦਿ ਗੁਰੂ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਿਨਾਮ ਸ਼੍ਰੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪਹਿਲਾ। ਥਿਤੇ ਘਰ ਦਸਵਾਂ ਜਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਿਲਾਵਲ ਰਾਗ ਹੈ। ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਮੁਖ ਵਾਕ ਸ਼ਬਦ ਹੈ। ਥਿੱਤੀ ਬਾਣੀ ਦਾ ਨਾਮ ਹੈ ਘਰ ਦਸਵਾਂ। ਦਸਵੇਂ ਘਰ ਸੁਰ ਤਾਲ ਵਿੱਚ ਗਾਇਨ ਕਰਨ ਦਾ ਹੁਕਮ ਹੈ। ਜਤ ਛੰਤਾਂ ਦੀ ਚਾਲ ਹੈ।
ਇੱਕ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਓੰਕਾਰ ਜੋ ਸਰਬ ਦਾ ਸਰਬ ਥਾਵਾਂ ਵਿੱਚ ਵਿਆਪਕ ਔਰ ਸਭ ਦਾ ਪ੍ਰਕਾਸ਼ਕ ਹੈ। ਤਿੰਨਾਂ ਕਾਲਾਂ ਵਿੱਚ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਅਦੁੱਤੀ ਵਾਹਿਗੁਰੂ ਪ੍ਰਕਾਸ਼ ਸਰੂਪ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਏਕੰ ਏਕੰਕਾਰ ਨਿਰਾਲਾ। ਏਕਮ ਥਿਤ ਦੁਆਰਾ ਉਪਦੇਸ਼ ਦਿੰਦੇ ਹਨ ਕਿ ਏਕਮ ਤਿਥੀ ਉਹ ਕੀ ਕਹਿੰਦੀ ਹੈ? ਏਕਮ ਤਿਥੀ ਕਹਿੰਦੀ ਹੈ ਸੱਜਣਾ ਧਿਆਨ ਦੇ, ਉਰੇ ਜਾਣ ਕਿ ਏਕੰਕਾਰ ਯਾਨੀ ਕਿ ਇੱਕੋ ਹੀ ਹੈ, ਉਸੇ ਦਾ ਆਕਾਰ ਹੈ ਸਾਰਾ ਸੰਸਾਰ। ਏਕਮ ਤਿਥ ਉਸ ਇੱਕ ਦੀ ਯਾਦ ਕਰਾਉਂਦੀ ਹੈ ਕਿ ਉਸ ਇੱਕ ਨੂੰ, ਅਕਾਲ ਪੁਰਖ ਨੂੰ, ਪਰਮੇਸ਼ਰ ਨੂੰ ਆਪਣੇ ਹਿਰਦੇ 'ਚ ਧਿਆਨ ਧਾਰਨ ਕਰਕੇ ਵਸਾ। ਜੋ ਏਕੰਕਾਰ ਹੈ, ਏਕੰਕਾਰ ਆ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਉਹ ਇੱਕ ਹੈ। ਇੱਕ ਦਾ ਹੀ ਆਕਾਰ ਹੈ ਸਾਰੇ ਪਸਾਰੇ ਵਿੱਚ, ਸੰਸਾਰ ਵਿੱਚ। ਵਿਸਮਾਦ ਇਹ ਹੈ, ਅਸਚਰਜ ਇਹ ਹੈ ਕਿ ਸਾਰੇ ਪਸਾਰੇ ਨੂੰ, ਆਕਾਰ ਨੂੰ ਬਣਾਉਣ ਵਾਲਾ ਇਸ ਬਣੇ ਹੋਏ ਵਰਤਾਰੇ ਤੋਂ, ਬਣੀ ਹੋਈ ਇਸ ਪ੍ਰਕਿਰਤੀ ਤੋਂ ਨਿਰਾਲਾ ਹੈ, ਵੱਖਰਾ ਹੈ। ਨਿਰਾਲਾ ਬਣਾ ਕੇ ਫਿਰ ਸਾਰਿਆਂ ਤੋਂ ਨਿਰਾਲਾ ਵੀ ਹੈ, ਵਿੱਚ ਵਸਦਾ ਵੀ ਹੈ, ਵਿੱਚ ਵਸ ਕੇ ਵੀ ਨਿਰਾਲਾ ਹੈ। ਇਹ ਅਸਚਰਜ ਹੈ। ਰਹਿੰਦਾ ਵੀ ਇਸ ਪ੍ਰਕਿਰਤੀ ਵਿੱਚ, ਕੁਦਰਤ ਵਿੱਚ, ਪਰ ਇਹਦੇ ਵਿੱਚ ਵਸਦਾ ਹੋਇਆ ਵੀ ਇਹਦੇ ਤੋਂ ਨਿਰਾਲਾ ਹੈ, ਵੱਖਰਾ। ਇਹ ਅਸਚਰਜ ਹੈ। ਹਾਂਜੀ। ਅਮਰ ਅਜੂਨੀ ਜਾਤ ਨ ਜਾਲਾ। ਉਹ ਵਾਹਿਗੁਰੂ ਅਮਰ ਹੈ। ਅਮਰ ਦਾ ਮਤਲਬ ਹਰ ਇੱਕ ਚੀਜ਼ ਮਰਦੀ ਹੈ, ਬਿਨਸਦੀ ਹੈ, ਖਤਮ ਹੁੰਦੀ, ਉਹ ਅਬਨਾਸੀ ਹੈ। ਅਮਰ ਅਮਰ ਇਸ ਕਰਕੇ ਵੀ ਹੈ ਕਿਉਂਕਿ ਅਜੋਨੀ ਹੈ, ਜੂਨੀਆਂ ਵਿੱਚ ਨਹੀਂ ਆਉਂਦਾ। ਜੋ ਕਹੋ ਰਾਮ ਅਜੋਨ ਅਜੈ, ਕਲਗੀਧਰ ਜੀ ਦੇ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਫਰਮਾਉਂਦੇ ਨੇ, ਜੋ ਕਹੋ ਰਾਮ ਅਜੋਨ ਅਜੈ ਤੋ ਕਾਹੇ ਕੋ ਕੌਸ਼ਲ ਕੁਖ ਜਯੋ ਜੀਉ। ਫਿਰ ਕਿਉਂ ਕੁਸ਼ਲਿਆ ਦੇ ਕੁੱਖ ਤੋਂ, ਉਦਰ ਤੋਂ ਪੈਦਾ ਹੋਏ। ਤੋ ਪਰਮਾਤਮਾ ਅਜੋਨੀ ਹੈ, ਉਹ ਜੋਨੀਆਂ ਵਿੱਚ ਨਹੀਂ ਆਉਂਦਾ। ਆਜੂਨੀ ਮੂਲ ਮੰਤਰ 'ਚ ਆਪਾਂ ਰੋਜ਼ ਪੜ੍ਹਦੇ ਹਾਂ, ਆਜੂਨੀ, ਉਹ ਜੋਨੀਆਂ ਤੋਂ ਰਹਿਤ ਹੈ। ਔਰ ਨਾ ਉਸ ਦੀ ਕੋਈ ਜਾਤ ਹੈ, ਉਹਦੀ ਕੋਈ ਬਰਾਦਰੀ ਜਾਂ ਉਹਦਾ ਕੋਈ ਭਾਈਚਾਰਾ ਜਾਂ ਕੋਈ ਉਹਦੀ ਜਾਤੀ ਨਹੀਂ ਹੈ, ਨਾ ਹੀ ਉਹਦੇ ਆਲੇ ਦੁਆਲੇ ਕੋਈ ਜਾਲ ਹੈ, ਇਕੱਲਾ ਹੈ। ਹਾਂਜੀ। ਅਗੰਮ ਅਗੋਚਰ ਰੂਪ ਨ ਰੇਖਿਆ। ਅਗੰਮ ਹੈ, ਪਹੁੰਚਿਆ ਨਹੀਂ ਜਾ ਸਕਦਾ ਆਪਣੇ ਯਤਨਾਂ ਨਾਲ। ਸਾਡੀਆਂ ਇੰਦਰੀਆਂ ਉਹਦੇ ਤੱਕ ਨਹੀਂ ਜਾ ਸਕਦੀਆਂ, ਇਸ ਕਰਕੇ ਅਗੋਚਰ ਹੈ। ਉਸ ਦਾ ਨਾ ਕੋਈ ਰੂਪ ਹੈ, ਨਾ ਕੋਈ ਰੇਖਾ ਚਿੰਨ ਵਰਨ ਹੈ। ਰੂਪ ਨਾ ਰੇਖ ਦਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਹਦਾ ਕੋਈ ਰੂਪ ਨਹੀਂ, ਨਾ ਹੀ ਉਸ ਦੀ ਕੋਈ ਰੇਖਾ ਚਿਹਨ ਵਰਨ ਹੈ। ਖੋਜਤ ਖੋਜਤ ਘਾਟ ਘਾਟ ਦੇਖਿਆ। ਜਦੋਂ ਖੋਜਿਆ, ਵਿਚਾਰ ਕੀਤੀ, ਖੋਜ ਖੋਜ ਕੇ, ਕਿਉਂਕਿ ਬੰਦੇ ਖੋਜ ਦਿਲ ਹਰ ਰੋਜ਼। ਜਦੋਂ ਖੋਜਿਆ ਆਪਣੇ ਅੰਦਰੋਂ ਤੇ ਖੋਜ ਖੋਜ ਕੇ ਪਤਾ ਲੱਗਾ ਕਿ ਉਹ ਤਾਂ ਘਟ ਘਟ ਵਿੱਚ ਵਸਦਾ। ਘਟ ਘਟ ਵਿੱਚ ਫਿਰ ਅਸੀਂ ਉਸ ਨੂੰ ਵੇਖਿਆ। ਜੋ ਦੇਖ ਦਿਖਾਵੈ ਤਿਸ ਕੋ ਬਲ ਜਾਈ। ਜਿਹੜਾ ਉਸ ਵਾਹਿਗੁਰੂ ਨੂੰ ਖੁਦ ਵੇਖ ਕੇ ਅੱਗੇ ਵਿਖਾਉਂਦਾ ਹੈ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਖੇਡ ਗੁਰੂ ਕੋਲ ਹੈ। ਗੁਰੂ ਦੇਖਦਾ ਵੀ ਹੈ ਤੇ ਦਿਖਾਉਂਦਾ ਵੀ ਹੈ। ਗੁਰੂ ਦੇ ਸਾਹਮਣੇ ਤਾਂ ਸਾਖਸ਼ਾਤਕਾਰ ਹੈ ਪਰਮੇਸ਼ਰ। ਇਸ ਕਰਕੇ ਗੁਰੂ ਪਾਤਸ਼ਾਹ ਦੇਖ ਕੇ ਫਿਰ ਅੱਗੇ ਦਿਖਾਉਂਦੇ ਨੇ। ਜਿਹੜੀ ਸ਼ੈ ਮੈਂ ਵੇਖੀ ਆ ਉਹ ਕਿਸੇ ਦੂਜੇ ਨੂੰ ਵਿਖਾ ਸਕਦਾ ਨਾ। ਜੇ ਮੈਂ ਨਹੀਂ ਵੇਖੀ, ਉਹਦੇ ਬਾਰੇ ਦੱਸੀ ਜਾਵਾਂ, ਤਾਂ ਕਿਵੇਂ ਉਹ ਤੂੰ ਪਹੁੰਚੇਗਾ ਉੱਥੇ ਤਾਈਂ, ਜਦੋਂ ਆਪ ਮੈਂ ਖੁਦ ਨਹੀਂ ਉੱਥੇ ਤੱਕ ਪਹੁੰਚਿਆ ਹੋਇਆ।
ਤੋ ਗੁਰੂ ਪਾਤਸ਼ਾਹ ਉਸ ਵਾਹਿਗੁਰੂ ਨੂੰ ਖੁਦ ਸਾਖਸ਼ਾਤ ਕਰ ਕਰਕੇ ਵੇਖ ਕੇ ਜਿਹੜਾ ਗੁਰੂ ਦੀ ਸ਼ਰਣ ਚ ਆਉਂਦਾ ਉਹਨੂੰ ਵਿਖਾਉਂਦੇ ਵੀ ਹੈ। ਐਸੇ ਸਤਿਗੁਰੂ ਜੀ ਤੋਂ ਮੈਂ ਬਲਿਹਾਰ ਜਾਂਦਾ ਹਾਂ, ਤਿਸ ਕੋ ਬਲ ਜਾਈ। ਮੈਂ ਆਪਣੇ ਐਸੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਗੁਰ ਪ੍ਰਸਾਦ ਪਰਮ ਪਦ ਪਾਈ। ਗੁਰੂ ਦੀ ਕਿਰਪਾ ਨਾਲੇ ਪਰਮ ਪਦ ਵੀ ਪ੍ਰਾਪਤ ਹੁੰਦੀ ਹੈ। ਬਿਨਾਂ ਗੁਰੂ ਦੀ ਦਇਆ ਤੋਂ ਪਰਮ ਪਦ ਵੀ ਹਾਸਲ ਨਹੀਂ ਹੁੰਦੀ। ਕਿਆ ਜਪ ਜਪੋ ਬਿਨ ਜਗਦੀਸ਼ੈ। ਜਗਤ ਦੇ ਈਸ਼ਵਰ ਦੇ ਜਾਪ ਤੋਂ ਬਿਨਾਂ ਹੋਰ ਜਾਪ ਮੈਂ ਕੀ ਜਪਾਂ। ਕਲਗੀਧਰ ਜੀ ਦੇ ਬਚਨ ਨੇ, ਧਿਆਨ ਤੇਰੋ ਹੀ ਧਰੈ। ਹੇ ਵਾਹਿਗੁਰੂ, ਮੈਂ ਕੇਵਲ ਧਿਆਨ ਤੇਰਾ ਹੀ ਧਾਰਦਾ। ਜਾਪ ਤੇਰਾ ਹੋ ਜਪੈ ਹੋ, ਤੇ ਜਾਪ ਵੀ ਤੇਰਾ ਹੀ ਜਪਦਾ। ਨਾ ਆਨ ਨਾਮ ਉਚਰੋ, ਕਲਗੀਧਰ ਦੇ ਬਚਨ, ਨਾ ਆਨ ਨਾਮ ਉਚਰੋ ਤਵਕ ਨਾਮ ਰਤਯੰ। ਮੈਂ ਨਹੀਂ ਕਿਸੇ ਹੋਰ ਦਾ ਨਾਮ ਲੈਂਦਾ, ਕੇਵਲ ਆਪ ਜੀ ਦਾ ਨਾਮ ਆਪਣੀ ਰਸਨਾ ਤੋਂ ਉਚਾਰਨ ਕਰਦਾ। ਤੇ ਇੱਥੇ ਪਾਤਸ਼ਾਹ ਕਹਿ ਰਹੇ ਨੇ, ਕਿਆ ਜਪ ਜਾਪੋ, ਹੋਰ ਕਿਹੜਾ ਜਾਪ ਜਪਾਂ। ਜਗਤ ਦੇ ਈਸ਼ਵਰ ਵਾਹਿਗੁਰੂ ਪਰਮੇਸ਼ਰ ਦੇ ਜਾਪ ਤੋਂ ਬਿਨਾਂ ਹੋਰ ਕਿਹੜਾ ਜਾਪ ਜਪਾਂ। ਗੁਰ ਕੈ ਸ਼ਬਦ ਮਹਿਲ ਘਰ ਦੀਸੈ। ਸਤਿਗੁਰੂ ਜੀ ਦੇ ਸ਼ਬਦ ਦੁਆਰਾ, ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਆਪਣੇ ਨਿਜ ਘਰ ਦੀ, ਨਿਜ ਮਹਿਲ ਦੀ ਸਵਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਪਾਤਸ਼ਾਹ ਜੋ ਉਪਦੇਸ਼ ਦਿੰਦੇ ਨੇ, ਸ਼ਬਦ ਬਖਸ਼ਦੇ ਨੇ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਆਪਣਾ ਨਿਜ ਘਰ ਦਿਸਦਾ, ਨਿਜ ਘਰ ਦੀ ਸੋਝੀ ਹੁੰਦੀ ਹੈ। ਰਹਾਉ ਦੂਜੇ ਭਾਏ ਲੱਗੇ ਪਛਤਾਣੇ। ਜਿਹੜੇ ਦੂਜੇ ਭਾਅ ਵਿੱਚ ਦੁਬਦਾ 'ਚ ਲੱਗੇ ਹੋਏ ਨੇ, ਉਹਨਾਂ ਨੂੰ ਹਮੇਸ਼ਾ ਪਛਤਾਉਣਾ ਹੀ ਪੈਂਦਾ ਹੈ। ਦੂਜ ਦੀ ਤਿੱਥ ਹੈ, ਉਹ ਕਹਿੰਦੀ ਹੈ ਦੂਜ ਦੀ ਤਿੱਥ ਕਿ ਜਿਹੜੇ ਦੂਜੇ ਭਾਅ ਵਿੱਚ ਦੁਬਦਾ 'ਚ ਲੱਗੇ ਹੋਏ ਨੇ, ਉਹਨਾਂ ਦੇ ਪੱਲੇ ਹਮੇਸ਼ਾ ਪਛਤਾਵਾ ਹੀ ਪੈਂਦਾ ਹੈ। ਜਮ ਦਰਬਾਦੇ ਆਵਣ ਜਾਣੇ। ਔਰ ਇਹੋ ਜਿਹੇ ਦੁਬਦਾ ਦੇ ਨਾਲ ਭਰੇ, ਦਵੈਸ਼ ਦਾ ਨਾਲ ਭਰੇ ਹੋਏ ਮਨੁੱਖ ਜਮਪੁਰੀ ਵਿੱਚ ਬੱਧੇ ਮਾਰੇ ਜਾਂਦੇ ਨੇ, ਔਰ ਆਵਾ ਗਾਉਣ ਦੇ ਚੱਕਰਾਂ ਵਿੱਚ ਪੈਂਦੇ ਜੰਮਦੇ ਮਰਦੇ ਰਹਿੰਦੇ ਹਨ। ਕਿਆ ਲੈ ਆਵੇਂ ਕਿਆ ਲੈ ਜਾਹੇ। ਪਾਤਸ਼ਾਹ ਕਹਿੰਦੇ, ਭਾਈ ਵਿਚਾਰ ਕਰਕੇ ਵੇਖੋ, ਤੁਸੀਂ ਲੈ ਕੇ ਕੀ ਆਏ ਹੋ ਤੇ ਲੈ ਕੇ ਕੀ ਜਾ ਰਹੇ ਹੋ। ਆਏ ਕੀ ਲੈ ਕੇ ਸੀ, ਜਾ ਕੀ ਲੈ ਕੇ ਰਹੇ ਹੋ। ਇਹ ਵੇਖੋ, ਇਹ ਵਿਚਾਰੋ। ਸਿਰ ਜਮਕਾਲ ਸੇ ਚੋਟਾਂ ਖਾਹੇ। ਜਿਹੜੇ ਦੁਬਦਾ ਤੇ ਦਵੈਸ਼ ਵਿੱਚ ਲੱਗੇ ਹੋਏ ਲੋਕ ਨੇ, ਉਹਨਾਂ ਦੇ ਸਿਰ ਤੇ ਜਮਕਾਲ ਚੋਟਾਂ ਮਾਰਦਾ, ਉਹਨਾਂ ਨੂੰ ਜਮਕਾਲ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਹਨ। ਬਿਨ ਗੁਰ ਸ਼ਬਦ ਨਾ ਛੂਟ ਸਕੋਏ। ਇੱਕ ਗੱਲ ਯਾਦ ਰੱਖਿਓ ਭਾਈ, ਸਤਿਗੁਰਾਂ ਦੇ ਸ਼ਬਦ ਤੋਂ ਬਿਨਾਂ ਕਦੇ ਕਿਸੇ ਦਾ ਛੁਟਕਾਰਾ ਨਾ ਹੋਇਆ, ਨਾ ਹੋ ਸਕਦਾ। ਪਾਖੰਡ ਕੀਨੈ ਮੁਕਤ ਨਾ ਹੋਏ। ਤੇ ਜੇ ਕੋਈ ਪਖੰਡੀ ਪਖੰਡ ਕਰਕੇ ਵਿਖਾਵੇ ਤੇ ਪਖੰਡ ਦੇ ਕੀਤਿਆਂ ਮੁਕਤੀ ਨਹੀਂ ਹੋ ਸਕਦੀ। ਪਖੰਡ ਦੇ ਨਾਲ ਕਦੇ ਵੀ ਮੋਕਸ਼ ਨਹੀਂ ਹੋ ਸਕਦੀ। ਛੋਡੀ ਲੈ ਪਾਖੰਡਾ ਸੱਜਣਾ ਪਖੰਡ ਛੱਡ ਦੇ। ਪਖੰਡ ਕੀਤਿਆਂ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਨਾ ਕਿਸੇ ਨੂੰ ਮਿਲਿਆ, ਨਾ ਮਿਲ ਸਕਦਾ। ਪਖੰਡ ਦੇ ਦੁਆਰਾ ਤੂੰ ਲੋਕਾਂ ਨੂੰ ਗੁੰਮਰਾਹ ਕਰ ਸਕਦਾ ਹੈ। ਪਖੰਡ ਦੇ ਕਰਕੇ ਤੂੰ ਆਪਣਾ ਢਿੱਡ ਭਰ ਸਕਦਾ ਹੈ, ਪਰ ਆਤਮ ਰਸ ਨਹੀਂ ਮਾਣ ਸਕਦਾ। ਕਲਗੀਧਰ ਦੇ ਫਿਰ ਪਾਵਨ ਅੰਮ੍ਰਿਤ ਬਚਨ ਮਹਾਰਾਜ ਜੀ ਉਚਾਰਦੇ ਹੈ। ਗੁਰਦੇਵ ਉਚਾਰਦੇ ਨੇ, ਡਿੰਬ ਕਰੇ ਬਿਨ ਪਈਅਤ ਨਾਹੀ। ਡਿੰਬ ਕਰੇ ਬਿਨ ਪਈਅਤ ਨਾਹੀ। ਦੁਨੀਆ ਵਿੱਚ ਜਿਹੜੀ ਵਾਹ ਹੈ, ਦੁਨੀਆ ਵਿੱਚ ਜਿਹੜੀ ਧਨ ਸੰਪਦਾ ਲੋਕਾਂ ਦੀ ਲੁੱਟ ਖਸੁੱਟ ਹੈ, ਉਹ ਪਖੰਡ ਕੀਤੇ ਬਿਨਾਂ ਨਹੀਂ ਹੋ ਸਕਦੀ। ਪਖੰਡ ਕਰਕੇ ਹੀ ਲੋਕਾਂ ਨੂੰ ਧਾਰਮਿਕ ਤੌਰ ਤੇ ਲੁੱਟਿਆ ਜਾ ਸਕਦਾ। ਡਿੰਬ ਕਰੇ ਬਿਨ ਪਈਅਤ ਨਾਹੀ। ਫਿਰ ਪਾਤਸ਼ਾਹ ਕਹਿੰਦੇ, ਡਿੰਭਨ ਮੈਂ ਪਰਮੇਸ਼ਰ ਨਾਹੀ। ਜਿਹੜੇ ਪਖੰਡੀ ਨੇ
ਉਹਨਾਂ ਪਖੰਡੀਆਂ ਵਿੱਚ ਰੱਬ ਨਹੀਂ ਹੈ, ਪਰਮੇਸ਼ਰ ਨਹੀਂ ਹੈ। ਜਿੱਥੇ ਪਖੰਡ ਆ ਉੱਥੇ ਰੱਬ ਨਹੀਂ ਹੋ ਸਕਦਾ, ਉੱਥੇ ਪਰਮੇਸ਼ਰ ਨਹੀਂ ਹੋ ਸਕਦਾ। ਜਿੱਥੇ ਪਖੰਡ ਸੀ ਮਹਾਰਾਜ ਜੀ ਨੇ ਕਹਿ ਦਿੱਤਾ ਮਰਦਾਨਿਆਂ ਚੱਲ ਚੱਲੀਏ, ਇੱਥੇ ਨਾ ਸਹੁ ਹੈ ਤੇ ਨਾ ਸੁਹਾਗਣ ਹੈ, ਚੱਲ ਚੱਲੀਏ। ਇਹ ਪਖੰਡ ਹੈ ਸਭ ਇੱਥੇ। ਜਿੱਥੇ ਪਖੰਡ ਹੈ ਮਹਾਰਾਜ ਜੀ ਨੇ ਉਸ ਪਖੰਡ ਨੂੰ ਖੰਡਿਆ। ਤੋ ਪਾਤਸ਼ਾਹ ਕਹਿੰਦੇ ਪਖੰਡ ਦੇ ਕੀਤਿਆਂ ਤੂੰ ਲੋਕਾਂ ਨੂੰ ਗੁੰਮਰਾਹ ਕਰ ਸਕਦਾ ਹੈ, ਦੁਨੀਆ ਨੂੰ ਭਰਮਾ ਸਕਦਾ ਹੈ, ਪਰ ਪਖੰਡ ਦੇ ਕੀਤਿਆਂ ਤੂੰ ਖੁਦ ਮੁਕਤ ਨਹੀਂ ਹੋ ਸਕਦਾ। ਹਾਂਜੀ, ਆਪੇ ਸੱਚ ਕੀਆ ਕਰ ਜੋੜ। ਆਪ ਹੀ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਸਭ ਕੁਝ ਬਣਾਇਆ ਹੈ। ਉਸ ਅਕਾਲ ਪੁਰਖ ਪਰਮੇਸ਼ਰ ਨੇ ਇਹ ਸਾਰਾ ਜੋੜ ਜਿਹੜਾ ਸੰਸਾਰ ਦਾ ਇਹ ਜੋੜਿਆ ਹੈ। ਅੰਡਜ ਫੋੜ ਜੋੜ ਵਿਛੋੜ। ਜਿਵੇਂ ਕਿਸੇ ਆਂਡੇ ਨੂੰ ਤੋੜ ਕੇ ਮੁੜ ਕੇ ਫਿਰ ਉਹਨੂੰ ਕੋਈ ਜੋੜ ਦੇਵੇ, ਇੱਦਾਂ ਵਾਹਿਗੁਰੂ ਬ੍ਰਹਿਮੰਡ ਨੂੰ ਬਣਾਉਂਦਾ ਹੈ, ਤੋੜ ਦਿੰਦਾ ਹੈ, ਖਤਮ ਕਰ ਦਿੰਦਾ, ਮੁੜ ਕੇ ਫਿਰ ਬਣਾ ਦਿੰਦਾ। ਪਰਮੇਸ਼ਰ ਇਹ ਸਾਰੇ ਸੰਸਾਰ ਦੇ ਵਰਤਾਰੇ ਨੂੰ ਬਣਾਉਂਦਾ ਹੈ, ਢਾਉਂਦਾ ਹੈ, ਫਿਰ ਬਣਾ ਦਿੰਦਾ। ਕਿਉਂਕਿ ਸ੍ਰਿਸ਼ਟੀ ਦੀ ਰਚਨਾ ਜਿਹੜੀ ਹੈ ਇੱਕ ਵਾਰ ਨਹੀਂ ਹੋਈ, ਇਹ ਸ੍ਰਿਸ਼ਟੀ ਦੀ ਰਚਨਾ ਕਈ ਵਾਰ ਹੋ ਚੁੱਕੀ ਹੈ। ਕਈ ਵਾਰ ਪਸਰਿਓ ਪਾਸਾਰ, ਕਈ ਵਾਰ ਬਣੀ ਹੈ ਪ੍ਰਕਿਰਤੀ, ਕਈ ਵਾਰ ਬਿਨਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਆਪ ਹੀ ਜਿਵੇਂ ਕਿਸੇ ਆਂਡੇ ਨੂੰ ਤੋੜ ਕੇ ਉਹਨੂੰ ਫਿਰ ਕੋਈ ਜੋੜ ਦੇਵੇ, ਇੱਦਾਂ ਪਰਮੇਸ਼ਰ ਬ੍ਰਹਿਮੰਡ ਨੂੰ ਤੋੜ ਵੀ ਦਿੰਦਾ ਹੈ, ਫਿਰ ਜੋੜ ਕੇ ਬਣਾ ਵੀ ਦਿੰਦਾ ਹੈ। ਧਰਤ ਆਕਾਸ਼ ਕੀਏ ਬੈਸਣ ਕੋ ਥਾਂ। ਧਰਤੀ ਤੇ ਆਕਾਸ਼ ਵਾਹਿਗੁਰੂ ਨੇ ਕੀਤੇ ਨੇ, ਇਹਦੇ ਵਿੱਚ ਪਰਮੇਸ਼ਰ ਨੇ ਜੀਵਾਂ ਦੇ ਰਹਿਣ ਦੇ ਬੈਠਣ ਦਾ ਪ੍ਰਬੰਧ ਕੀਤਾ ਹੋਇਆ। ਧਰਤੀ ਤੇ ਆਕਾਸ਼ ਵਿੱਚ ਜੀਵ ਵਿਚਰਦੇ ਨੇ, ਰਹਿੰਦੇ ਨੇ। ਜੀਵਾਂ ਦੇ ਬੈਠਣ ਨੂੰ ਥਾਂ ਦਿੱਤੀ ਆ ਅਕਾਲ ਪੁਰਖ ਨੇ ਧਰਤੀ ਤੇ ਆਕਾਸ਼ ਬਣਾ ਕੇ। ਰਾਤ ਦਿਨੰਤ ਕੀਏ ਪਉ ਭਾਉ। ਜੀਵਾਂ ਦੇ ਵਿਵਹਾਰ ਕਰਨ ਲਈ ਰਾਤ ਤੇ ਦਿਨ ਦੇ ਦਿੱਤਾ ਹੈ, ਰਾਤ ਤੇ ਦਿਨ ਬਣਾ ਦਿੱਤਾ ਹੈ ਵੀ ਜੀਵ ਵਿਵਹਾਰ ਕਰ ਸਕਣ, ਦਿਨ ਹੈ, ਆਰਾਮ ਕਰ ਸਕਣ, ਰਾਤ ਹੈ। ਤੋ ਜੀਵਾਂ ਦੇ ਵਿਵਹਾਰ ਲਈ, ਸੰਸਾਰ ਵਿੱਚ ਵਿਚਰਨ ਲਈ ਰਾਤ ਤੇ ਦਿਨ ਵਾਹਿਗੁਰੂ ਨੇ ਬਣਾ ਦਿੱਤੇ ਹੈ। ਦੂਜਾ ਫਿਰ ਜੀਵਾਂ ਦੇ ਅੰਦਰ ਵਾਹਿਗੁਰੂ ਨੇ ਭਾਉ ਵੀ ਪਾਇਆ ਤੇ ਭਾਉ ਪ੍ਰੇਮ ਵੀ ਪਾਇਆ ਹੋਇਆ। ਜੇ ਭਾਉ ਨਾ ਹੋਵੇ, ਡਰ ਨਾ ਹੋਵੇ ਮਨੁੱਖ ਦੇ ਅੰਦਰ, ਤਾਂ ਵੀ ਇਹ ਸਮਾਜ ਬੜਾ ਵਿਕਰਾਲ ਬਣ ਜਾਏਗਾ। ਭਾਉ ਪ੍ਰੇਮ ਨਾ ਹੋਵੇ ਤਾਂ ਵੀ ਇਹ ਸੰਸਾਰ ਬੜਾ ਵਿਕਰਾਲ ਬਣ ਜਾਏਗਾ। ਵਾਹਿਗੁਰੂ ਨੇ, ਪਰਮੇਸ਼ਰ ਨੇ ਭਾਉ ਤੇ ਭਾਉ ਇਹ ਦੋਵੇਂ ਦਾਤਾਂ ਮਨੁੱਖ ਦੇ ਅੰਦਰ, ਜੀਵਾਂ ਦੇ ਵਿੱਚ ਪਾਈਆਂ ਹੋਈਆਂ। ਜਿੰਨੇ ਜੀਵ ਜੰਤੂ ਨੇ ਉਹਨਾਂ 'ਚ ਭਾਉ ਡਰ ਪੈਦਾ ਕੀਤਾ ਹੋਇਆ। ਮਨੁੱਖਾਂ ਦੇ ਹਿਰਦਿਆਂ ਵਿੱਚ ਵੀ ਆਪਣਾ ਡਰ ਬਣਾਇਆ, ਆਪਣਾ ਡਰ ਕਿਸੇ ਵੀ ਰੂਪ ਦੇ ਵਿੱਚ ਬਣਾਇਆ ਹੈ। ਵਾਹਿਗੁਰੂ ਨੇ ਵਿਧਾਤੇ ਨੇ ਉਸ ਡਰ ਨੂੰ ਪੈਦਾ ਕੀਤਾ ਜੀਵਾਂ ਦੇ ਹਿਰਦੇ 'ਚ। ਭਾਉ ਪ੍ਰੇਮ ਪੈਦਾ ਕੀਤਾ ਹੋਇਆ। ਪ੍ਰੇਮਾ ਭਾਵ ਹੀ ਹੈ ਨਾ ਜਿਹੜਾ ਸਾਨੂੰ ਇੱਕ ਦੂਜੇ ਨਾਲ ਮੇਲ ਮਿਲਾਪ ਕਰਕੇ ਜੋੜ ਕੇ ਰੱਖਦਾ ਹੈ। ਸਮਾਜ ਨੂੰ ਜੋੜਨ ਵਾਸਤੇ ਡਰ ਵੀ ਚਾਹੀਦਾ, ਸਮਾਜ ਨੂੰ ਜੋੜਨ ਵਾਸਤੇ ਭਾਉ ਪ੍ਰੇਮ ਵੀ ਚਾਹੀਦਾ ਹੈ। ਇਹਨਾਂ ਦੋ ਦਾਤਾਂ ਕਰਕੇ ਹੀ ਇਹ ਸਾਰਾ ਸਮਾਜ ਜੁੜ ਕੇ ਰਹਿ ਸਕਦਾ। ਜੇ ਇਹਨਾਂ ਅੰਦਰੋਂ ਭਾਉ ਤੇ ਭਾਉ ਦੋਵੇਂ ਖਤਮ ਕਰ ਦਿੱਤੇ ਜਾਣ ਤਾਂ ਇਹ ਸਾਰਾ ਸਮਾਜ ਇਤਨਾ ਘਾਤਕ ਹੋ ਸਕਦਾ ਹੈ ਕਿ ਆਪਾਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ। ਜਦੋਂ ਭਾਉ ਤੇ ਭਾਉ ਕੁਝ ਸੰਪਰਦਾਵਾਂ ਵਿੱਚ, ਕੁਝ ਫਿਰਕਿਆਂ ਦੇ ਵਿੱਚੋਂ ਖਤਮ ਹੋਇਆ, ਜਦੋਂ ਵੀ ਉਹ ਬੜਾ ਵਿਕਰਾਲ ਹੋਇਆ। ਇਤਨੇ ਭਿਆਨਕ ਦੰਗੇ ਹੋਏ। ਉਹਨਾਂ ਦੰਗਿਆਂ ਦੇ ਦੌਰਾਨ ਜਰਵਾਣੇ ਬਣ ਕੇ ਇੱਕ ਦੂਜੇ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਭਾਉ ਤੇ ਭਾਉ ਖਤਮ ਹੋਇਆ, ਜਦੋਂ ਡਰ ਨਹੀਂ ਰਿਹਾ, ਖੁੱਲੀਆਂ ਵਾਗਾਂ ਕਰ ਦਿੱਤੀਆਂ ਗਈਆਂ, ਜਾਓ ਤੁਹਾਡੇ ਤੇ ਕੋਈ ਕਾਨੂੰਨ ਦਾ ਸ਼ਿਕੰਜਾ ਨਹੀਂ, ਤਾਂ ਉਹਨਾਂ ਜਰਵਾਣਿਆਂ ਨੇ ਜਰਵਾਣੀ ਬਿਰਤੀ ਬਣਾ ਕੇ ਹਿਰਦੇ 'ਚੋਂ ਭਾਉ ਪ੍ਰੇਮ ਛੱਡ ਕੇ
ਕਿ ਜਿਨ੍ਹਾਂ ਨਾਲ ਬਹਿ ਕੇ ਅਸੀਂ ਇਕੱਠੇ ਗੁਆਂਢ ਵਿੱਚ ਰੋਟੀਆਂ ਖਾਧੀਆਂ ਨੇ, ਸਾਂਝਾਂ ਕੀਤੀਆਂ ਨੇ, ਉਹਨਾਂ ਦੇ ਹੀ ਜਾ ਜਾ ਕੇ ਗਲ ਵੱਢ ਦਿੱਤੇ। ਕਿਤੇ ਕਲਪਨਾ ਕਰਕੇ ਵੇਖੀਏ ਕਿ ਜੇ ਪੂਰੇ ਸੰਸਾਰ ਵਿੱਚ ਵਾਹਿਗੁਰੂ ਭਉ ਤੇ ਭਾਉ ਖਤਮ ਕਰ ਦੇਵੇ ਤੇ ਇਹ ਸੰਸਾਰ ਕਿੱਦਾਂ ਦਾ ਹੋਵੇਗਾ, ਇਹ ਸ੍ਰਿਸ਼ਟੀ ਕਿੱਦਾਂ ਦੀ ਹੋਵੇਗੀ। ਬੜੀ ਵੱਡੀ ਅਮੋਲਕ ਦਾਤ ਹੈ ਭਉ ਤੇ ਭਾਉ। ਜਿੱਥੇ ਭਉ ਹੋਵੇਗਾ ਉੱਥੇ ਭਾਉ ਹੋਵੇਗਾ। ਭਉ ਜਦੋਂ ਨਿਰਮਲ ਹੋਵੇਗਾ ਤੇ ਭਾਉ ਵੀ ਨਿਰਮਲ ਹੋਵੇਗਾ। ਭਉ ਤੇ ਭਾਉ, ਡਰ ਤੇ ਭਾਉ, ਪ੍ਰੇਮ। ਤੋ ਵਾਹਿਗੁਰੂ ਨੇ ਰਾਤ ਦਿਨ ਬਣਾ ਕੇ ਨਾਲ ਸੰਸਾਰ ਦੇ ਸਾਰੇ ਜੀਵਾਂ ਵਿੱਚ ਆਪਣਾ ਡਰ ਤੇ ਭਾਉ ਪ੍ਰੇਮ ਪੈਦਾ ਕੀਤਾ ਹੋਇਆ। ਹਾਂਜੀ। ਜਿਨ ਕੀਏ ਕਰ ਵੇਖਣ ਹਾਰਾ, ਜਿਸ ਨੇ ਸਾਰਾ ਕੁਝ ਕੀਤਾ ਹੈ ਉਹ ਇਸ ਨੂੰ ਕਰਨ ਤੋਂ ਬਾਅਦ ਸਭ ਨੂੰ ਵੇਖਣ ਵਾਲਾ ਹੈ। ਐਸਾ ਨਹੀਂ ਵੀ ਕੇਵਲ ਕਰ ਦਿੱਤਾ, ਕਰਨ ਤੋਂ ਬਾਅਦ ਫਿਰ ਸਭ ਨੂੰ ਵੇਖਦਾ ਵੀ ਹੈ, ਯਾਨੀ ਕਿ ਸਭ ਨੂੰ ਪਾਲਦਾ ਹੈ। ਅਵਰ ਨਾ ਦੂਜਾ ਸਿਰਜਣਹਾਰਾ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਸਿਰਜਣਹਾਰ ਨਹੀਂ ਹੈ। ਉਹੀ ਸਾਰੇ ਸੰਸਾਰ ਦਾ ਸਿਰਜਣਹਾਰ ਹੈ। ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸ਼ਾ, ਤ੍ਰਿਤੀਆ ਦੁਆਰਾ, ਤ੍ਰਿਤੀ ਤਿਥ ਜਿਹੜੀ ਹੈ, ਤੀਜ ਉਪਦੇਸ਼ ਦਿੰਦੇ ਹੈ ਕਿ ਤਿੰਨ ਪੈਦਾ ਕੀਤੇ ਇੱਕ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਤੋਂ, ਤਿੰਨ ਪੈਦਾ ਹੋਏ, ਬ੍ਰਹਮਾ ਵਿਸ਼ਨੂੰ ਔਰ ਮਹੇਸ਼। ਦੇਵੀ ਦੇਵ ਉਪਾਏ ਵੇਸਾ, ਦੇਵੀਆਂ ਦੇਵਤੇ ਹੋਰ ਜਿੰਨੇ ਵੀ ਵੇਸ ਨੇ ਇਹ ਸਾਰੇ ਪਰਮੇਸ਼ਰ ਨੇ ਪੈਦਾ ਕੀਤੇ ਨੇ। ਬ੍ਰਹਮਾ ਵਿਸ਼ਨੂੰ ਮਹੇਸ਼ ਔਰ ਉਹਦੇ ਤੋਂ ਇਲਾਵਾ ਹੋਰ ਜਿਤਨੇ ਦੇਵੀ ਦੇਵਤੇ ਨੇ ਇਹ ਸਭ ਨਿਰੰਕਾਰ ਨੇ ਪੈਦਾ ਕੀਤੇ ਨੇ, ਅਕਾਲ ਪੁਰਖ ਨੇ ਪੈਦਾ ਕੀਤੇ ਨੇ। ਇਸ ਕਰਕੇ ਖਾਲਸਾ ਸਿੱਧਾ ਅਕਾਲ ਨਾਲ ਜੁੜਿਆ ਹੋਇਆ, ਅਕਾਲ ਪੁਰਖ ਦਾ ਪੁਜਾਰੀ ਹੈ। ਅਕਾਲ ਨਾਲ ਜੁੜਿਆ ਹੋਇਆ ਔਰ ਅਕਾਲ ਦਾ ਹੀ ਪੁਜਾਰੀ ਹੈ। ਤੋ ਉਸੇ ਇੱਕ ਨੇ ਹੀ ਇਹ ਸਾਰਾ ਕੁਝ ਬਣਾਇਆ ਹੈ। ਇਹ ਸਾਰੇ ਦੇਵੀਆਂ ਦੇਵਤੇ ਉਸ ਇੱਕ ਵਿਧਾਤੇ ਨੇ ਹੀ ਪੈਦਾ ਕੀਤੇ ਹਨ। ਜੋਤੀ ਜਾਤੀ ਗਣਤ ਨ ਆਵੈ, ਉਸੇ ਨੇ ਸੰਸਾਰ ਦੀਆਂ ਸਮਸਤ ਜਾਤਾਂ ਵਿੱਚ ਆਪਣੀ ਜੋਤੀ ਨੂੰ ਵਰਤਾਇਆ ਹੋਇਆ ਹੈ। ਉਹ ਗਿਣਤੀ ਮਿਣਤੀ ਵਿੱਚ ਨਹੀਂ ਆ ਸਕਦਾ। ਜਿਨ ਸਾਜੀ ਸੋ ਕੀਮਤ ਪਾਵੈ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ ਉਹੀ ਇਸ ਦੀ ਕੀਮਤ ਨੂੰ ਪਾਉਂਦਾ, ਜਾਣਦਾ ਕਿ ਕਿਹੜਾ ਕਿੰਨੇ ਕੁ ਪਾਣੀ 'ਚ ਹੈ। ਹਰ ਇੱਕ ਸ਼ੈ ਕਿਉਂਕਿ ਪਰਮੇਸ਼ਰ ਨੇ ਬਣਾਈ ਹੈ ਤੇ ਜਿਸ ਨੇ ਸਾਰਾ ਕੁਝ ਬਣਾਇਆ ਹੈ ਉਹੀ ਇਸ ਸਾਰੇ ਪਸਾਰੇ ਬਾਰੇ ਜਾਣਦਾ ਹੈ। ਕੀਮਤ ਪਾਏ ਰਹਿਆ ਭਰਪੂਰ, ਉਹ ਸਾਰਿਆਂ ਦੀ ਕੀਮਤ ਜਾਣਦਾ ਹੈ ਔਰ ਫਿਰ ਸਾਰਿਆਂ ਵਿੱਚ ਭਰਪੂਰ ਹੋ ਕੇ ਵਸਦਾ ਹੈ, ਸਭ ਦੇ ਵਿੱਚ ਭਰਿਆ ਹੋਇਆ ਹੈ। ਕਿਸ ਨੇੜੇ ਕਿਸ ਆਖਾਂ ਦੂਰ, ਹੁਣ ਮੈਂ ਕਿਸ ਨੂੰ ਨੇੜੇ ਆਖਾਂ ਤੇ ਜੇ ਰੱਬ ਨੂੰ ਕਹੀਏ ਨਾ ਵੀ ਨੇੜੇ ਹੈ ਜੀ, ਨੇੜੇ ਹੈ, ਤੇ ਫਿਰ ਕੋਈ ਦੂਜੀ ਉਪੇਖਿਆ ਕਰੇਗਾ ਵੀ ਕਈਆਂ ਦੇ ਦੂਰ ਵੀ ਹੈ। ਜੇ ਦੂਰ ਕਹਾਂਗੇ ਤੇ ਉਹਦੀ ਉਪੇਖਿਆ ਵਿੱਚ ਨੇੜੇ ਹੋਵੇਗਾ। ਹੁਣ ਆ ਜਿਹੜਾ ਆਕਾਸ਼ ਹੈ ਮੇਰੇ ਆਲੇ ਦੁਆਲੇ, ਇਹਨੂੰ ਮੈਂ ਨੇੜੇ ਕਹਾਂ ਕਿ ਦੂਰ ਕਹਾਂ? ਇਹ ਤਾਂ ਵਿਆਪਕ ਹੈ, ਮੈਂ ਇਹਦੇ ਵਿੱਚ ਵਿਚਰਦੇ ਹਾਂ, ਸਾਡਾ ਸਰੀਰ ਇਹਦੇ ਵਿੱਚ ਵਿਚਰਦਾ ਆਕਾਸ਼ ਵਿੱਚ। ਇਹ ਨਾ ਤਾਂ ਨੇੜੇ ਹੈ ਨਾ ਦੂਰ ਹੈ। ਆ ਜਿਹੜਾ ਆਲੇ ਦੁਆਲੇ ਖਾਲੀ ਥਾਂ ਹੈ ਆਕਾਸ਼ ਕਹਿੰਦੇ ਇਹਨੂੰ। ਇਹਨੂੰ ਅਸੀਂ ਨਾ ਨੇੜੇ ਕਹਿ ਸਕਦੇ ਹਾਂ ਨਾ ਦੂਰ ਕਹਿ, ਇਹ ਤਾਂ ਵਿਆਪਕ ਹੈ ਹਰ ਪਾਸੇ। ਤੋ ਵਾਹਿਗੁਰੂ ਕਿਉਂਕਿ ਹਰ ਇੱਕ ਕਰਮ ਦਾ ਪ੍ਰਤੀਕਰਮ ਹੁੰਦਾ ਨਾ। ਰਾਤ ਦੇ ਕਿਹਾ ਦਿਨ ਦੀ ਉਪੇਖਿਆ ਹੁੰਦੀ ਹੈ, ਧੁੱਪ ਦੇ ਕਿਹਾ ਛਾਂ ਦੀ ਉਪੇਖਿਆ ਹੈ, ਪਾਪ ਦੇ ਕਿਹਾ ਪੁੰਨ ਦੀ ਉਪੇਖਿਆ ਹੈ। ਇਸੇ ਤਰ੍ਹਾਂ ਜਦੋਂ ਨੇੜੇ ਕਹਾਂਗੇ ਫਿਰ ਦੂਰ ਕਹਿਣਾ ਪਵੇਗਾ, ਜੇ ਦੂਰ ਕਹਾਂਗੇ ਤਾਂ ਨੇੜੇ ਕਹਿਣਾ ਪਵੇਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮੈਂ ਕਿਸ ਨੂੰ ਨੇੜੇ ਕਹਾਂ ਤੇ ਕਿਸ ਨੂੰ ਦੂਰ ਕਰਾਂ, ਜਦੋਂ ਹੈ ਹੀ ਉਹ। ਜੇ ਆ ਜਿਹੜੀ ਕਾਇਆ ਹੈ ਇਹਦੇ ਅੰਦਰ ਵੀ ਉਹੀ ਹੈ ਬਾਹਰ ਵੀ ਉਹੀ ਹੈ, ਤੇ ਫਿਰ ਉਹਨੂੰ ਨੇੜੇ ਦੂਰ ਕਿਵੇਂ ਕਹਾਂ? ਆਕਾਸ਼ ਦਾ ਜਿਹੜਾ ਤੱਤ ਹੈ ਉਹ ਸਾਡੀ ਸਰੀਰ ਦੀ ਕਾਇਆ ਵਿੱਚ ਵੀ ਹੈ। ਜਿਹੜੇ ਪੰਜ ਤੱਤ ਨੇ ਨਾ, ਪੰਜੇ ਤੱਤਾਂ ਦਾ ਸਰੀਰ ਹੈ, ਇਹਦੇ ਵਿੱਚ ਆਕਾਸ਼ ਤੱਤ ਵੀ ਹੈ।
ਔਰ ਆਕਾਸ਼ ਤੱਤ ਦੇ ਮੂਲ ਰੂਪ ਦੇ ਵਿੱਚ ਜੋ ਇੰਦਰੀਆਂ ਨੇ ਉਹ ਸਾਡੇ ਸ਼ਰਵਣ ਜਿਹੜੇ ਨੇ ਕੰਨ, ਇਹ ਆਕਾਸ਼ ਦੇ ਤੱਤ ਤੋਂ ਬਣੇ ਆ। ਆਕਾਸ਼ ਤੱਤਵ ਤੋਂ ਸਾਡੇ ਸ਼ਰਵਣ ਬਣੇ। ਇਹ ਮੁੱਖ ਅਗਨੀ ਵਿੱਚੋਂ ਅੱਖਾਂ ਬਣੀਆਂ ਨੇ, ਵਾਯੂ ਦੁਆਰਾ ਨਾਸਿਕਾ ਬਣੀ ਹੋਈ ਹੈ, ਪਾਣੀ ਦੁਆਰਾ ਸਾਡੀ ਜਿਹੜੀ ਜੀਭ ਹੈ ਬਣੀ ਹੋਈ ਹੈ, ਤੇ ਧਰਤੀ ਦੁਆਰਾ ਸਾਡੇ ਜਿਹੜੇ ਸਰੀਰ ਦੇ ਹੱਡ ਵਗੈਰਾ ਨੇ ਉਹ ਬਣੇ ਹੋਏ ਨੇ, ਮਿੱਝ ਵਗੈਰਾ ਬਣੇ ਹੋਏ ਨੇ। ਤੋ ਇਸ ਪ੍ਰਕਾਰ ਨਾਲ ਜਿਵੇਂ ਗੁਦਾ ਹੈ ਇਹ ਧਰਤੀ ਦਾ ਹਿੱਸਾ, ਇੱਦਾਂ ਇਹ ਇੰਦਰੀਆਂ ਨੂੰ ਤੱਤਾਂ ਦੇ ਨਾਲ, ਉਹਨਾਂ ਤੱਤਾਂ ਦੇ ਮੂਲ ਭਾਵ ਇਹ ਮੰਨੇ ਜਾਂਦੇ। ਤੇ ਆਕਾਸ਼ ਅੰਦਰ ਵੀ ਹੈ ਬਾਹਰ ਵੀ। ਹੁਣ ਕਿਵੇਂ ਕਹੀਏ ਨੇੜੇ ਹੈ ਕਿ ਦੂਰ ਹੈ, ਜਦੋਂ ਹੈ ਹੀ ਅੰਦਰ ਬਾਹਰ ਉਹੀ। ਇਸ ਕਰਕੇ ਪ੍ਰਮਾਤਮਾ ਵੀ ਵਿਆਪਕ ਹੈ ਹਰ ਜਗ੍ਹਾ ਤੇ, ਕਿਸ ਨੂੰ ਕਹੀਏ ਦੂਰ ਤੇ ਕਿਸ ਨੂੰ ਕਹੀਏ ਨੇੜੇ। ਹਾਂਜੀ। ਚੌਥ ਉਪਾਏ ਚਾਰੇ ਬੇਦਾ। ਵਾਹਿਗੁਰੂ ਪਰਮੇਸ਼ਰ ਨੇ ਆਪਣੀ ਜੋਤ ਪੈਦਾ ਕੀਤੀ ਹੋਈ ਹਰ ਜਗ੍ਹਾ ਤੇ। ਚੌਥ ਉਪਾਏ ਚਾਰੇ ਬੇਦਾ। ਔਰ ਫਿਰ ਚੌਥੀ ਤਰੀਕ ਦੁਆਰਾ ਮਹਾਰਾਜ ਜੀ ਉਪਦੇਸ਼ ਦਿੰਦੇ ਹੈ ਕਿ ਵਾਹਿਗੁਰੂ ਨੇ 4 ਵੇਦ ਪੈਦਾ ਕੀਤੇ। ਪਰਮੇਸ਼ਰ ਦੇ ਹੀ ਬਣਾਏ ਨੇ ਨਾ ਵੇਦ ਵੀ, ਭਾਵੇਂ ਉਹਨਾਂ ਦਾ ਉਚਾਰਨ ਕਰਤਾ ਕਿਸੇ ਨੂੰ ਵੀ ਕਹਿਣ ਕਿ ਵੇਦ ਵਿਆਸ ਜੀ ਨੇ ਉਚਾਰੇ ਨੇ, ਸ਼ੰਕਰਾਚਾਰਿਆ ਜੀ ਨੇ ਉਹਦਾ ਸ਼ੰਕਰਾ ਭਾਸ਼ਿਆ ਕੀਤਾ, ਕੁਝ ਆਖਣ, ਪਰ ਪਰਮਾਤਮਾ ਦੀ ਸੱਤਾ ਤੋਂ ਬਿਨਾਂ ਤਾਂ ਨਹੀਂ ਕੁਝ ਪੈਦਾ ਹੋ ਸਕਦਾ। ਇਸ ਕਰਕੇ ਕਹਿੰਦੇ 4 ਵੇਦ ਵੀ ਉਸੇ ਦੇ ਬਣਾਏ ਹੋਏ ਨੇ। ਖਾਣੀ ਚਾਰੇ ਬਾਣੀ ਭੇਦਾ। ਚਾਰੇ ਖਾਣੀਆਂ ਵੀ ਉਸੇ ਦੀਆਂ ਬਣਾਈਆਂ, ਅੰਡਜ ਜਿਹੜੇ ਸੇ ਤੋਂ ਜੋਤ ਭੁਜ। ਤੇ ਜਿਹੜੀਆਂ 4 ਬਾਣੀਆਂ ਨੇ ਪਰਾ ਪਸ਼ੰਤੀ ਮਧਮਾ ਵੈਖਰੀ, ਇਹ ਵੀ ਉਸੇ ਦੀਆਂ ਬਣਾਈਆਂ ਹੋਈਆਂ ਨੇ। ਪਰਾ ਪਸ਼ੰਤੀ ਮਧਮਾ ਵੈਖਰੀ, ਇਹ 4 ਬਾਣੀਆਂ ਨੇ। ਜਦੋਂ ਅਸੀਂ ਸਿੱਧਾ ਜ਼ੁਬਾਨ ਤੋਂ ਤਾਂ ਨਹੀਂ ਮੈਂ ਬੋਲ ਰਿਹਾ, ਜਿਹੜੇ ਸ਼ਬਦ ਆ ਰਹੇ ਨੇ ਇਹ ਪਹਿਲਾਂ ਕਿਤੋਂ ਤਾਂ ਉਪਜੇ ਨੇ ਨਾ, ਅੰਦਰੋਂ ਜਿੱਥੋਂ ਪੈਦਾ ਹੋਏ ਨੇ। ਨਾਭੀ ਦੇ ਵਿੱਚੋਂ ਹਵਾ ਜਦੋਂ ਉੱਪਰ ਨੂੰ ਉੱਠਦੀ ਹੈ, ਉੱਥੋਂ ਪਵਨ ਜਦੋਂ ਉੱਪਰ ਨੂੰ ਉੱਠੀ, ਉੱਥੋਂ ਇਹ ਬਾਹਰ ਨੂੰ ਨਿਕਲੇ ਸ਼ਬਦ। ਉੱਥੋਂ ਜਦੋਂ ਪੈਦਾ ਹੁੰਦੇ ਉਹਨੂੰ ਕਹਿੰਦੇ ਨੇ ਪਰਾ। ਉੱਥੋਂ ਉੱਠ ਕੇ ਮੇਰੇ ਹਿਰਦੇ ਸਥਲ ਵਿੱਚ ਦਿਲ ਵਾਲੀ ਧੜਕਣ ਉਹਨੇ ਪੰਪਿੰਗ ਕੀਤੀ ਹੈ, ਉਹ ਹਵਾ ਨੂੰ ਛੱਡ ਰਿਹਾ ਹੈ। ਉੱਥੋਂ ਫਿਰ ਆ ਕੰਠ ਦੇ ਵਿੱਚ ਆਉਂਦੇ ਨੇ ਸ਼ਬਦ। ਨਾਭੀ 'ਚ ਉੱਠ ਕੇ ਹਿਰਦੇ ਵਿੱਚ, ਹਿਰਦੇ 'ਚੋਂ ਕੰਠ ਤੱਕ ਆਏ। ਕੰਠ ਤੱਕ ਜਦੋਂ ਆਏ ਉਹਨੂੰ ਕਹਿੰਦੇ ਆ ਪਰਾ ਪਸ਼ੰਤ ਵੀ ਮੱਧਮਾ, ਜਦੋਂ ਗਲ ਤੱਕ ਆ ਗਏ। ਜਦੋਂ ਜ਼ੁਬਾਨ ਤੋਂ ਬੋਲ ਕੇ ਬਾਹਰ ਕਹਿ ਦਿੱਤੇ ਉਹਨੂੰ ਕਹਿੰਦੇ ਨੇ ਬੈਖਰੀ। ਇਹ 4 ਬਾਣੀਆਂ ਨੇ। ਨਾਭੀ ਤੋਂ ਲੈ ਕੇ ਰਸਨਾ ਤੱਕ ਦੀ ਜਿਹੜੀ ਯਾਤਰਾ ਹੈ ਸ਼ਬਦਾਂ ਦੀ, ਟਰੈਵਲ ਹੁੰਦਾ, ਉਹ 4 ਪੜਾਵਾਂ ਵਿੱਚੋਂ ਨਿਕਲਦੇ ਨੇ। ਪਰਾ ਪਸ਼ੰਤੀ ਮੱਧਮਾ ਵੈਖਰੀ ਤੋਂ 4 ਹੀ ਬਾਣੀਆਂ ਨੇ। ਇਹਨਾਂ ਦੇ ਜਿਹੜੇ ਵੱਖੋ ਵੱਖਰੇ ਭੇਦ ਨੇ ਉਹ ਵਾਹਿਗੁਰੂ ਨੇ ਆਪ ਹੀ ਪੈਦਾ ਕੀਤੇ ਹੋਏ ਹਨ। ਅਸ਼ਟ ਦਸਾ ਖਟ 3 ਉਪਾਏ। ਅਸ਼ਟ ਦਸਾ यानी कि 18 पुराण, खट 6 शास्त्र, ਜਾਂ ਇਸ ਤਰ੍ਹਾਂ ਕਹਿ ਲਈਏ ਖਟ ਤੇ 3 9 ਦੁਆਰ ਨੇ ਜਿਹੜੇ ਸਾਡੇ ਸਰੀਰ ਦੇ। ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਉਪਾਏ ਪੈਦਾ ਕੀਤੇ ਹੋਏ ਨੇ। ਸੋ ਬੁਝੈ ਜਿਸ ਆਪ ਬੁਝਾਏ। ਪਰ ਇਸ ਖੇਡ ਨੂੰ ਉਹੀ ਬੁਝੇਗਾ ਜਿਹਨੂੰ ਮੇਰਾ ਵਾਹਿਗੁਰੂ ਬੁਝਾਵੇਗਾ। ਇਹ ਬੁਝਾਵਰ ਮਹਾਰਾਜ ਜੀ ਕਹਿੰਦੇ ਮੁਦਾਵਣੀ ਵਾਹਿਗੁਰੂ ਨੇ ਪਾਈ ਹੈ, ਤੇ ਉਹੀ ਬੁਝੇਗਾ ਜਿਹਨੂੰ ਇਹ ਮੁਦਾਵਣੀ ਸਤਿਗੁਰਾਂ ਬੁਝਾਣੀ ਹੈ। ਮੁਦਾਵਣੀ ਹੁੰਦੀ ਹੈ ਨਾ ਜਿਵੇਂ ਬੁਝਾਰਤ, ਇਹ ਮੁਦਾਵਣੀ ਸਤਿਗੁਰ ਪਾਈ, ਇਹ ਮੁਦਾਵਣੀ ਪਾਈ ਹੋਈ ਹੈ ਮਹਾਰਾਜ ਜੀ ਨੇ। ਸੋ ਬੁਝੈ ਜੋ ਆਪ, ਜੇ ਆਪ ਬੁਝਾਏ ਉਹੀ ਬੁਝੇਗਾ ਜਿਹਨੂੰ ਬੁਝਾਉਣਗੇ ਮਹਾਰਾਜ। ਹਰ ਕੋਈ ਨਹੀਂ ਬੁਝ ਸਕਦਾ। ਤੋ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਨੂੰ ਜਣਾਉਣਾ ਹੈ ਉਹੀ ਜਾਣਦਾ ਹੈ। 3 ਸਮਾਵੈ ਚੌਥਾ ਵਾਸਾ। ਜਦੋਂ 3 ਅਵਸਥਾਵਾਂ ਸਮਾ ਜਾਂਦੀਆਂ, 3 ਕਿਹੜੀਆਂ ਨੇ? ਜਾਗਰਤ, ਸਵਪਨ ਔਰ ਸੁਖੋਪਤੀ। ਇਹ 3 ਅਵਸਥਾਵਾਂ
ਇਹਨਾਂ ਤਿੰਨਾਂ ਤੋਂ ਉੱਪਰ ਹੈ ਚੌਥੀ ਅਵਸਥਾ, ਜਿਸ ਨੂੰ ਤੁਰਿਆ ਪਦ ਕਹਿੰਦੇ ਨੇ। ਗੁਰਮੁਖ ਉੱਥੇ ਜਾ ਸਮਾਉਂਦੇ ਨੇ। ਉਹ ਜਾਗਰਤ ਸੁਪਨ ਸੁਖੋਪਤੀ ਤੋਂ ਉੱਪਰ ਇਹਨਾਂ ਦਾ ਜਿਹੜਾ ਸਾਖਸ਼ੀ ਹੈ ਤਿੰਨਾਂ ਅਵਸਥਾਵਾਂ ਦਾ, ਉਹਨੂੰ ਚੌਥੀ ਅਵਸਥਾ ਵਿੱਚ ਕਹਿੰਦੇ ਆ। ਸਾਖਸ਼ੀ ਜਿਵੇਂ ਹੁਣ ਆਪਾਂ ਜਾਗ ਰਹੇ ਹਾਂ, ਇਹ ਜਾਗਣ ਦੀ ਅਨੁਭੂਤੀ ਕਿਸ ਨੂੰ ਹੈ ਵੀ ਮੈਂ ਜਾਗ ਰਿਹਾ, ਅੰਦਰ ਕਿਸ ਨੂੰ ਅਨੁਭੂਤੀ ਹੈ? ਉਹਦਾ ਸਾਖਸ਼ੀ ਕੌਣ ਹੈ? ਆਤਮਾ। ਸੌਂ ਗਏ, ਸੁਪਨਾ ਆਇਆ, ਸੁਪਨਾ ਵੇਖਦਿਆਂ ਜਦੋਂ ਕਿਹਾ ਵੀ ਮੈਂ ਸੁਪਨਾ ਵੇਖ ਰਿਹਾ, ਯਾਨੀ ਕਿ ਸੁਪਨਾ ਵੇਖਣ ਵਾਲਾ ਅੰਦਰ ਕੋਈ ਸਾਖਸ਼ੀ ਹੈ ਹੋਰ। ਤੇ ਕੋਈ ਆਖੇ ਜੀ ਮਨ ਵੇਖਦਾ ਸੁਪਨਾ, ਚਲੋ ਮੰਨ ਲਓ ਮਨ ਨੇ ਵੇਖ ਲਿਆ, ਪਰ ਜਦੋਂ ਗੂੜੀ ਨੀਂਦ 'ਚ ਜਾ ਕੇ ਸੌਂ ਗਏ, ਪਤਾ ਹੀ ਨਹੀਂ ਲੱਗਾ ਕਿੱਥੇ ਗਏ ਆ। ਉੱਠੇ ਅੱਖ ਖੋਲ੍ਹ ਕੇ, ਫਿਰ ਆਖਿਆ ਅੱਜ ਬੜੇ ਸੁੱਖ ਸੋਂ ਸੋਤ ਭਇਆ, ਅੱਜ ਬੜੇ ਆਨੰਦ ਨਾਲ ਸੁੱਤਾ, ਬੜੀ ਗੂੜੀ ਨੀਂਦ ਆਈ, ਬੜਾ ਸਵਾਦ ਆਇਆ, ਥਕੇਵਾਂ ਲੈ ਗਿਆ। ਉਹ ਕਿਸ ਨੂੰ ਆਇਆ ਆਨੰਦ? ਜਿਹੜਾ ਕਿਉਂਕਿ ਉੱਥੇ ਤਾਂ ਮਨ ਨਹੀਂ ਰਿਹਾ। ਸੁਪਨ ਦੇ ਵਿੱਚ ਮਨ ਰਹਿੰਦਾ, ਜਾਗਰਤ ਵਿੱਚ ਵੀ ਮਨ ਰਹਿੰਦਾ, ਪਰ ਸੁਖੋਪਤੀ ਵਿੱਚ ਤਾਂ ਮਨ ਵੀ ਵਿਲੈ ਹੁੰਦਾ, ਬੁੱਧੀ ਵੀ ਵਿਲੈ ਹੁੰਦੀ ਹੈ। ਜਿਹੜੀ ਗੂੜੀ ਨੀਂਦ ਹੈ, ਉਹ ਕਿਸ ਨੇ ਜਾਣਿਆ ਕਿ ਅੱਜ ਬੜਾ ਆਨੰਦ ਸਹਿਤ ਸੁੱਤਾ ਸੀ? ਉਹ ਹੈ ਸਾਖਸ਼ੀ, ਉਹਨੂੰ ਕਹਿੰਦੇ ਆਤਮ ਸੱਤਾ, ਚੇਤਨਤਾ। ਉਹ ਚੌਥੀ ਅਵਸਥਾ ਹੈ। ਉੱਥੇ ਜਦੋਂ ਪਹੁੰਚ ਜਾਣਾ, ਅਸੀਂ ਜਾਗਰਤ ਤੋਂ ਸਵਪਨ, ਸਵਪਨ ਤੋਂ ਸੁਖੋਪਤੀ, ਸੁਖੋਪਤੀ ਤੋਂ ਜਾਗਰਤ, ਜਾਗਰਤ ਤੋਂ ਫਿਰ ਸਵਪਨ, ਸਵਪਨ ਤੋਂ ਸੁਖੋਪਤੀ, ਇਹਨਾਂ ਤਿੰਨਾਂ ਵਿੱਚ ਹੀ ਰਹਿੰਦੇ। ਗੁਰਮੁਖ ਚੌਥੇ ਪਦ ਵਿੱਚ ਰਹਿੰਦੇ ਨੇ। ਉਹ ਜਾਗਦੇ ਹੋਣ ਤਾਂ ਵੀ ਉੱਥੇ ਵੀ ਮੈਂ ਜਾਗਰਤ ਦਾ ਸਾਖਸ਼ੀ ਹਾਂ। ਸੁਪਨਾ ਆ ਰਿਹਾ ਤਾਂ ਸੁਪਨੇ ਵਿੱਚ ਵੀ ਉਹ ਜਾਣਦੇ ਨੇ ਕਿ ਮੈਂ ਸਵਪਨ ਦਾ ਸਾਖਸ਼ੀ ਹਾਂ। ਅਸੀਂ ਸੁਪਨੇ ਦੇ ਵਹਿਣ ਵਿੱਚ ਵਹਿ ਟੁਰਦੇ ਹਾਂ। ਜਿਹੜਾ ਸੁਪਨੇ ਦਾ ਸਾਖਸ਼ੀ ਬਣ ਜਾਂਦਾ, ਉਹ ਜਾਣਦਾ ਕਿ ਕੇਵਲ ਸੁਪਨਾ ਹੈ, ਮੈਂ ਇਸ ਦਾ ਸਾਖਸ਼ੀ ਹਾਂ, ਸੁਖੋਪਤੀ ਦਾ ਮੈਂ ਸਾਖਸ਼ੀ ਹਾਂ। ਉਸ ਤੁਰਿਆ ਪਦ ਵਿੱਚ ਜਿਹੜਾ ਪਹੁੰਚੇ, ਉਹਨੂੰ ਕਹਿੰਦੇ ਚੌਥਾ ਵਾਸਾ। ਉਹ ਚੌਥੀ ਭੂਮਿਕਾ ਵਿੱਚ ਜਾ ਵਸਿਆ। ਪਣਵਤ ਨਾਨਕ ਹਮ ਤਾਕੇ ਦਾਸਾ। ਜਿਹੜੇ ਉਸ ਚੌਥੀ ਅਵਸਥਾ ਵਿੱਚ ਟਿਕਦੇ ਨੇ, ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਈ। ਜਿਹੜੇ ਉੱਥੇ ਪਹੁੰਚ ਗਏ ਤੁਰਿਆ ਪਦ 'ਚ, ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਦਾ ਦਾਸ ਹਾਂ, ਮੈਂ ਉਹਨਾਂ ਦਾ ਸੇਵਕ ਹਾਂ। ਪੰਚਮੀ ਪੰਚ ਭੂਤ ਬੇਤਾਲਾ। ਪੰਚਮੀ ਤਿਥ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ ਆ ਭੂਤ ਪ੍ਰੇਤ ਬਤਾਲ ਆਦਿਕ ਆਪ ਅਗੋਚਰ ਪੁਰਖ ਨਿਰਾਲਾ। ਇਹ ਸਭ ਵਾਹਿਗੁਰੂ ਨੇ ਹੀ ਪੈਦਾ ਕੀਤੇ ਹੋਏ ਹੈ, ਆਪ ਹੀ ਵਾਹਿਗੁਰੂ ਨੇ ਬਣਾਏ ਹੋਏ ਨੇ। ਤੇ ਇਸੇ ਪ੍ਰਕਾਰ ਉਹ ਆਪ ਅਗੋਚਰ ਹੈ, ਸਾਰਿਆਂ ਵਿੱਚ ਪੂਰਿਆ ਹੋਇਆ ਨਿਰਾਲਾ ਹੈ। ਇੱਕ ਭ੍ਰਮ ਭੁੱਖੇ ਮੋਹ ਪਿਆਸੇ। ਇੱਕ ਭਰਮ ਦੇ ਵਿੱਚ ਭੁੱਲੇ ਹੋਏ ਭੁੱਖੇ ਹੀ ਰਹਿੰਦੇ ਨੇ, ਉਹਨਾਂ ਅੰਦਰ ਮੋਹ ਦੀ ਪਿਆਸ ਬਣੀ ਰਹਿੰਦੀ ਹੈ। ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ। ਇੱਕ ਉਹਦੇ ਜਿਹੜੇ ਸਤਿਗੁਰਾਂ ਦੇ ਸ਼ਬਦ ਦਾ ਰਸ ਚੱਖ ਕੇ ਤ੍ਰਿਪਤ ਹੋ ਗਏ ਹਨ। ਇੱਕ ਰੰਗ ਰਾਤੇ ਇੱਕ ਮਰ ਧੂਰ। ਇੱਕ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਗਏ ਨੇ, ਤੇ ਇੱਕ ਮਰ ਕੇ ਧੂੜੀ ਵਿੱਚ ਖੇਹ ਵਿੱਚ ਉੱਡ ਗਏ ਨੇ। ਇੱਕ ਦਰ ਘਰ ਸਾਚੈ ਦੇਖ ਹਦੂਰ। ਇੱਕ ਆਪਣੇ ਸਾਹਿਬ ਦੇ ਦਰ ਘਰ ਵਿੱਚ ਹਾਜ਼ਰਾ ਹਜ਼ੂਰ ਵਾਹਿਗੁਰੂ ਪਰਮੇਸ਼ਰ ਨੂੰ ਵੇਖਦੇ ਹਨ। ਝੂਠੇ ਕੋ ਨਾਹੀ ਪਤ ਨਾਉ। ਜਿਹੜਾ ਝੂਠਾ ਹੈ ਉਹਦਾ ਨਾ ਕਿਤੇ ਨਾਂ ਹੁੰਦਾ, ਨਾ ਉਹਦੀ ਕਿਤੇ ਪਤ ਪ੍ਰਤਿਸ਼ਠਾ ਇੱਜ਼ਤ ਹੁੰਦੀ। ਝੂਠੇ ਬੰਦੇ ਦਾ ਕੋਈ ਨਾਂ ਵੀ ਨਹੀਂ, ਝੂਠੇ ਬੰਦੇ ਦੀ ਕਿਤੇ ਕੋਈ ਪਤ ਪ੍ਰਤਿਸ਼ਠਾ ਤੇ ਇੱਜ਼ਤ ਵੀ ਨਹੀਂ ਹੁੰਦੀ। ਹਾਂਜੀ, ਕਬਹੋ ਨਾ ਸੁਚਾ ਕਾਲਾ ਕਾਂ। ਦੱਸੋ ਕਦੇ ਕਾਲਾ ਕਾਂ ਕਦੇ ਸੁੱਚਾ ਹੋਇਆ? ਆਖੋ ਸਤਿਨਾਮ। ਜਿਹੜਾ ਕਾਲਾ ਕਾਂ ਹੁੰਦਾ ਉਹਨੂੰ ਕਦੇ ਸੁੱਚਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਤਨੀ ਭ੍ਰਿਸ਼ਟੀ ਜੂਨੀ ਹੈ ਕਾਂ ਦੀ। ਗੰਦਗੀ ਖਾ ਕੇ ਗੰਦਗੀ ਨੂੰ ਪੈਦਾ ਕਰਦਾ, ਉਹ ਕਦੇ ਪਵਿੱਤਰ ਨਹੀਂ ਹੁੰਦਾ ਕਾਂ। ਕਾਂ ਦੇ ਸਰੀਰ ਦਾ ਮਾਸ ਤਕਰੀਬਨ ਕੁੱਲ ਮਿਲਾ ਕੇ ਕੋਈ ਜਾਨਵਰ ਵੀ ਨਹੀਂ ਭਖਦਾ, ਇਤਨਾ ਪਵਿੱਤਰ ਤੇ ਭ੍ਰਿਸ਼ਟ ਹੁੰਦਾ। ਕਹਿੰਦੇ ਜਿਵੇਂ ਕਾਲਾ ਕਾਂ ਕਦੇ ਸੁੱਚਾ ਨਹੀਂ ਹੋ ਸਕਦਾ, ਇਸੇ ਤਰ੍ਹਾਂ ਝੂਠੇ ਬੰਦੇ ਦੀ ਕਦੇ ਕਿਤੇ ਪੱਤ ਤੇ ਇੱਜ਼ਤ ਨਹੀਂ ਹੋ ਸਕਦੀ।
ਪਿੰਜਰ ਪੰਖੀ ਬੰਧਿਆ ਕੋਏ। ਆਪਣੇ ਸਮਾਜ ਵਿੱਚ ਵਿਚਰਦਿਆਂ ਜਿਹਨੂੰ ਸਾਨੂੰ ਪਤਾ ਹੋਵੇ ਵੀ ਬੰਦਾ ਫਲਾਣਾ ਬੜਾ ਝੂਠ ਬੋਲਦਾ, ਕਦੇ ਆਪਾਂ ਯਕੀਨ ਕਰਦੇ ਹਾਂ ਉਹਦੇ ਤੇ? ਉਹ ਭਾਵੇਂ ਕਸਮਾਂ ਖਾਈ ਜਾਵੇ ਸਾਡੇ ਸਾਹਮਣੇ, ਆਪਾਂ ਕਹਿੰਦੇ ਵੀ ਇਹਦਾ ਰੋਜ਼ ਦਾ ਹੀ ਕੰਮ ਹੈ ਕਸਮ ਖਾਣੀ। ਉਹਦੀ ਕਿੰਨੀ ਕੁ ਇੱਜ਼ਤ ਹੁੰਦੀ ਸਮਾਜ ਵਿੱਚ। ਦੁਬਾਰਾ ਪੜੋ ਜੀ। ਕਬੂ ਨਾ ਸੂਚਾ ਕਾਲਾ ਕਾਉ। ਕਾਲਾ ਕਾਂ ਕਦੇ ਜਿਵੇਂ ਸੁੱਚਾ ਨਹੀਂ ਹੁੰਦਾ, ਇੱਦਾਂ ਝੂਠਾ ਬੰਦਾ ਉਹ ਕਦੇ ਵੀ ਪ੍ਰਤਿਸ਼ਠਿਤ ਨਹੀਂ ਹੁੰਦਾ, ਕਦੇ ਵੀ ਮਾਣ ਸਤਿਕਾਰ ਪ੍ਰਾਪਤ ਨਹੀਂ ਕਰਦਾ। ਪਿੰਜਰ ਪੰਖੀ ਬੰਧਿਆ ਕੋਏ। ਜਿਵੇਂ ਕਿਸੇ ਪਿੰਜਰੇ ਵਿੱਚ ਕੋਈ ਪੰਛੀ ਬੰਨ੍ਹ ਕੇ ਰੱਖਿਆ ਹੁੰਦਾ ਨਾ, ਕਿਸੇ ਵੀ ਪਿੰਜਰੇ ਵਿੱਚ ਘਰ 'ਚ, ਜਿਵੇਂ ਕਈਆਂ ਨੂੰ ਸ਼ੌਂਕ ਹੁੰਦਾ ਪੰਛੀ ਰੱਖਣ ਦਾ, ਪਿੰਜਰਿਆਂ ਵਿੱਚ ਜਿਵੇਂ ਪੰਛੀ ਬੰਨੇ ਹੁੰਦੇ ਨੇ। ਸ਼ੇਰੀ ਭਰਮੈ ਮੁਕਤ ਨਾ ਹੋਏ। ਹੁਣ ਉਹ ਪੰਛੀ ਉਹਨਾਂ ਜਿਹੜਾ ਪਿੰਜਰਾ ਹੁੰਦਾ ਨਾ ਉਹਦੇ ਛੇਕਾਂ ਵਿੱਚ ਆਪਣੀ ਚੁੰਝ ਮਾਰਦਾ, ਕਦੇ ਬਾਹਰ ਨਿਕਲ ਸਕਦਾ ਉਹਨਾਂ 'ਚੋਂ? ਛੇਰੀ ਕਹਿੰਦੇ ਛੇਕ ਹੁੰਦੇ ਨੇ ਨਾ ਪਿੰਜਰੇ 'ਚ, ਉਹਨਾਂ ਵਿੱਚ ਬਥੇਰਾ ਭਟਕਦਾ, ਉਹ ਬਥੇਰੀਆਂ ਚੁੰਝਾਂ ਮਾਰਦਾ, ਪੈਰ ਮਾਰਦਾ, ਪਰ ਉਹਨਾਂ ਛੇਕਾਂ 'ਚੋਂ ਕਦੇ ਮੁਕਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਇਹ ਜੀਵ ਰੂਪੀ ਪੰਛੀ ਮਾਇਆ ਦੇ ਬੰਧਨਾਂ ਰੂਪੀ ਪਿੰਜਰੇ 'ਚ ਪਿਆ ਹੋਇਆ, ਤੇ ਜੇ ਇਹ ਆਖੇ ਕਿ ਇਹਦੇ ਵਿੱਚ ਆ ਜਿਹੜੇ ਛੇਕ ਨੇ, ਆ ਮੜੀਆਂ ਕਬਰਾਂ ਦੀ ਪੂਜਾ ਨਾਲ ਜਾਂ ਕਿਸੇ ਅਨਮਤੀਆਂ ਦੀ ਪੂਜਾ ਦੇ ਨਾਲ ਮੈਂ ਮੁਕਤ ਹੋ ਜਾਵਾਂਗਾ, ਨਹੀਂ ਹੋ ਸਕਦਾ। ਪੁੱਛਿਆ ਮਹਾਰਾਜ ਫਿਰ ਕਿਵੇਂ ਮੁਕਤ ਹੋ ਸਕਦਾ? ਦੱਸਦੇ ਨੇ, ਤੋ ਛੂਟੈ ਜਾਂ ਖਸਮ ਛਡਾਏ। ਉਸ ਪਿੰਜਰੇ ਦਾ ਜਿਹੜਾ ਖਸਮ ਹੈ ਨਾ, ਮਾਲਕ ਜਿਹਨੇ ਉਹਨੂੰ ਬੰਨਿਆ ਹੋਇਆ ਉਹਦੇ 'ਚ, ਉਹ ਜਦੋਂ ਖੋਲ੍ਹਦੇ ਪਿੰਜਰਾ ਤੋੜਦੇ ਤਾਂ ਛੁੱਟ ਸਕਦਾ। ਇਸੇ ਤਰ੍ਹਾਂ ਪੂਰਾ ਗੁਰੂ ਹੀ ਮੁਕਤੀ ਦੇ ਸਕਦਾ, ਗੁਰੂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਤੁਮ ਕਹੀਅਤ ਹੋ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਹਾਂਜੀ, ਗੁਰਮਤਿ ਮੇਲੇ ਭਗਤ ਦ੍ਰਿੜਾਏ। ਜਿਨ੍ਹਾਂ ਨੂੰ ਗੁਰੂ ਕੀ ਮੱਤ ਪ੍ਰਾਪਤ ਹੁੰਦੀ ਹੈ, ਉਹ ਗੁਰੂ ਦੀ ਮੱਤ ਨਾਲ ਮਿਲ ਕੇ ਸਾਹਿਬ ਦੀ ਭਗਤੀ ਆਪਣੇ ਹਿਰਦੇ 'ਚ ਦ੍ਰਿੜ ਕਰਦੇ ਨੇ, ਸਤਿਗੁਰੂ ਜੀ ਦ੍ਰਿੜ ਕਰਾਉਂਦੇ ਨੇ। ਹਾਂਜੀ, ਖਸਟੀ ਖੱਟ ਦਰਸ਼ਨ ਪ੍ਰਭ ਸਾਜੇ। ਖਸਟੀ ਦੁਆਰਾ ਉਪਦੇਸ਼ ਦਿੰਦੇ ਹਨ, ਛਟੀ ਵੀ ਕਹਿ ਦਿੰਦੇ ਨੇ। ਖਟ ਦਰਸ਼ਨ ਪ੍ਰਭ ਸਾਜੇ, 6 ਸ਼ਾਸਤਰ ਵਾਹਿਗੁਰੂ ਪਰਮੇਸ਼ਰ ਨੇ ਸਾਜੇ ਹਨ। ਅਨਹਦ ਸ਼ਬਦ ਨਿਰਾਲਾ ਵਾਜੇ। ਅਨਹਦ ਇੱਕ ਰਸ ਵਾਹਿਗੁਰੂ ਦਾ ਸ਼ਬਦ ਸਾਰਿਆਂ ਵਿੱਚ ਨਿਰਾਲਾ ਹੋ ਕੇ ਵੱਜ ਰਿਹਾ ਹੈ। ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੈ। ਜੇ ਮੇਰੇ ਪ੍ਰਭੂ ਨੂੰ ਭਾਵੇ ਤਾਂ ਉਹ ਇਸ ਜੀਵ ਨੂੰ ਆਪਣੇ ਨਿਜ ਮਹਿਲ ਵਿੱਚ, ਆਪਣੇ ਨਿਜ ਘਰ ਵਿੱਚ ਬੁਲਾਉਂਦਾ ਹੈ। ਸ਼ਬਦੇ ਭੇਦੇ ਤੋ ਪਦ ਪਾਵੈ। ਜਿਹੜੇ ਸਤਿਗੁਰਾਂ ਦੇ ਸ਼ਬਦ ਦੁਆਰਾ ਆਪਣੀ ਸੁਰਤ ਨੂੰ ਵਿੰਨ ਲੈਂਦੇ ਨੇ, ਉਹੀ ਵਾਹਿਗੁਰੂ ਦੇ ਘਰ ਵਿੱਚ ਇੱਜ਼ਤ ਪਾਉਂਦੇ ਹਨ। ਕਰ ਕਰ ਵੇਸ ਖਪੈ ਜਲ ਜਾਵੈ। ਬਹੁਤ ਸਾਰੇ ਲੋਕ ਨੇ ਜਿਹੜੇ ਗੁਰੂ ਸ਼ਰਨ ਤੇ ਨਹੀਂ ਆਉਂਦੇ, ਪਖੰਡਾਂ ਦੇ ਵੇਸ ਕਰ ਕਰਕੇ ਖੱਪ ਮਰਦੇ ਹਨ। ਸਾਚੈ ਸਾਚੇ ਸਾਚ ਸਮਾਵੈ। ਪਰ ਜਿਹੜੇ ਸੱਚੇ ਨੇ ਉਹ ਸੱਚ ਦੀ ਕਮਾਈ ਕਰਦਿਆਂ ਸੱਚ 'ਚ ਹੀ ਸਮਾ ਜਾਂਦੇ ਹਨ। ਸਪਤਮੀ ਸਤ ਸੰਤੋਖ ਸਰੀਰ। ਸਪਤਮੀ ਦੁਆਰਾ ਉਪਦੇਸ਼ ਦਿੰਦੇ, ਭਾਈ ਆਪਣੇ ਹਿਰਦੇ 'ਚ ਸਤ ਸੰਤੋਖ ਨੂੰ ਧਾਰਨ ਕਰੋ। ਸਾਤ ਸਮੁੰਦ ਭਰੇ ਨਿਰਮਲ ਨੀਰ। 7 ਸਮੁੰਦਰ ਜਿਵੇਂ ਨਿਰਮਲ ਨੀਰ ਨਾਲ ਭਰੇ ਹੋਏ ਨੇ, ਏਦਾਂ ਆਪਣੇ ਹਿਰਦੇ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਿਰਮਲ ਜਲ ਨਾਲ ਭਰ ਲਵੋ। ਮੱਜਨ ਸੀਲ ਸੱਚ ਹਿਰਦੈ ਵਿਚਾਰ। ਅਸਲ ਇਸ਼ਨਾਨ ਇਹ ਹੈ ਵੀ ਸ਼ੀਲ ਸੁਭਾਅ ਰੱਖਣਾ, ਠੰਡਾ ਸੁਭਾਅ ਰੱਖਣਾ, ਇਹ ਅਸਲ ਇਸ਼ਨਾਨ ਹੈ। ਔਰ ਸੱਚ ਨੂੰ ਆਪਣੇ ਹਿਰਦੇ ਵਿੱਚ ਵਿਚਾਰਨਾ। ਗੁਰ ਕੈ ਸ਼ਬਦ ਪਾਵੈ ਸਭ ਪਾਰ। ਜਿਹੜੇ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਦੇ ਨੇ, ਉਹ ਸਾਰੇ ਸੰਸਾਰ ਤੋਂ ਪਾਰ ਉਤਰ ਜਾਂਦੇ ਹਨ। ਮਨ ਸਾਚਾ ਮੁਖ ਸਾਚੋ ਭਾਏ। ਜਿਨ੍ਹਾਂ ਦੇ ਮਨ ਵਿੱਚ ਸੱਚਾ ਹੈ, ਉਹ ਆਪਣੇ ਮੁਖ ਦੁਆਰਾ ਵੀ ਸੱਚੇ ਦੇ ਨਾਮ ਨੂੰ ਆਰਾਧਦੇ ਹਨ।
ਸੱਚ ਨਿਸ਼ਾਨੈ ਠਾਕ ਨਾ ਪਾਏ। ਜਿਨ੍ਹਾਂ ਦੇ ਮੱਥੇ ਤੇ ਸੱਚਾ ਨਿਸ਼ਾਨ ਕਹੀਏ ਪ੍ਰਵਾਨਗੀ ਦੀ ਮੋਹਰ ਲੱਗ ਗਈ ਹੈ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਘਰ 'ਚ ਥਾਂ ਮਿਲ ਜਾਂਦੀ ਹੈ। ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ। ਅਸ਼ਟਮੀ ਦੁਆਰਾ ਉਪਦੇਸ਼ ਦਿੰਦੇ ਹਨ ਕਿ ਭਾਈ ਜਿਹੜੇ ਗੁਰਮੁਖ ਜਨ ਨੇ ਉਹ 18 ਸਿੱਧੀਆਂ ਨੂੰ ਪ੍ਰਾਪਤ ਕਰਨ ਵਾਲੀ ਜਿਹੜੀ ਬੁੱਧੀ ਹੈ ਉਹਦੀ ਸਾਧਨਾ ਕਰਦੇ ਨੇ, ਆਪਣੀ ਬੁੱਧੀ ਨੂੰ ਕੰਟਰੋਲ 'ਚ ਰੱਖਦੇ ਨੇ। ਸੱਚ ਨਹਿ ਕੇਵਲ ਕਰਮ ਅਰਾਧੈ। ਉਹ ਸੱਚ ਨੂੰ ਨਿਹਕੇਵਲ ਜਾਣ ਕੇ ਆਪਣੇ ਹਿਰਦੇ 'ਚ ਉਸੇ ਸੱਚ ਨਾਮ ਦੀ ਆਰਾਧਨਾ ਕਰਦੇ ਹਨ। ਪੌਣ ਪਾਣੀ ਅਗਨੀ ਬਿਸਰਾਓ। ਪੌਣ ਪਾਣੀ ਅਗਨੀ ਆਦਿਕ ਜਿਹੜੇ ਤੱਤ ਨੇ ਇਹਨਾਂ ਤੋਂ ਬਣਿਆ ਸਰੀਰ, ਇਸ ਦੇ ਚਿੰਤਨ ਨੂੰ ਆਪਣੇ ਹਿਰਦੇ 'ਚੋਂ ਛੱਡ ਦਿੰਦੇ, ਉਹ ਆਪਣੇ ਸਰੀਰ ਦਾ ਚਿੰਤਨ ਨਹੀਂ ਕਰਦੇ। ਤਹੀਂ ਨਿਰੰਜਨ ਸਾਚੋ ਨਾਮ। ਪੰਜਾਂ ਤੱਤਾਂ ਤੋਂ ਪਰੇ ਨਿਰੰਜਨ ਵਾਹਿਗੁਰੂ ਪਰਮੇਸ਼ਰ ਦਾ ਥਾਂ ਹੈ, ਉਹ ਉੱਥੇ ਜਾ ਕੇ ਉਸ ਦੇ ਨਾਮ ਦੀ ਆਰਾਧਨਾ ਕਰਦੇ ਹਨ। ਤਿਸ ਮੈਂ ਮਨੁਆ ਰਹਿਆ ਲਿਵ ਲਾਏ। ਵਾਹਿਗੁਰੂ ਪਰਮੇਸ਼ਰ ਵਿੱਚ ਹੀ ਉਹਨਾਂ ਦਾ ਮਨ ਟਿਕਿਆ ਰਹਿੰਦਾ ਔਰ ਉਸੇ ਨਾਲ ਹੀ ਉਹ ਆਪਣੀ ਲਿਵ ਲਾ ਕੇ ਰੱਖਦੇ ਨੇ। ਪ੍ਰਣਵਤ ਨਾਨਕ ਕਾਲ ਨਾ ਖਾਏ। ਪਾਤਸ਼ਾਹ ਕਹਿੰਦੇ ਭਾਈ ਉਹਨਾਂ ਨੂੰ ਕਾਲ ਨਹੀਂ ਭਖਦਾ, ਕਾਲ ਨਹੀਂ ਖਾਂਦਾ। ਨਾਉ ਨੌਮੀ ਨਵੇਂ ਨਾਤ ਨਵ ਖੰਡਾ। ਕਹਿੰਦੇ ਪਰਮੇਸ਼ਰ ਦੇ ਨਾਮ ਦੁਆਰਾ ਨੌਵੀਂ ਤਿਥ ਦੇ ਦੁਆਰਾ ਨਾਮ ਦੀ ਆਰਾਧਨਾ ਕਰਦਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਨੇ ਜਾਣ ਲਿਆ ਕਿ 9 ਖੰਡਾਂ ਦਾ ਨਾਥ ਵਾਹਿਗੁਰੂ ਪਰਮੇਸ਼ਰ ਹੈ। ਜਿਹੜੇ 9 ਖੰਡ ਨੇ ਇਹਨਾਂ ਦਾ ਨਾਥ ਉਹ ਵਾਹਿਗੁਰੂ ਪਰਮੇਸ਼ਰ ਹੈ। ਘਟ ਘਟ ਨਾਥ ਮਹਾਬਲਵੰਡਾ। ਉਹ ਘਟ ਘਟ ਵਿੱਚ ਵਸਦਾ ਤੇ ਮਹਾਬਲਵੰਡ ਬਲੀ ਹੈ। ਆਈ ਪੂਤਾ ਇਹ ਜਗ ਸਾਰਾ। ਉਹ ਜਾਣਦੇ ਨੇ ਕਿ ਸਾਰੇ ਜਗ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਪਵਿੱਤਰ ਆਤਮਾ ਹੀ ਆਈ ਹੋਈ ਹੈ। ਪ੍ਰਭ ਆਦੇਸ਼ ਆਦ ਰਖਵਾਰਾ। ਉਹ ਉਸੇ ਪ੍ਰਭੂ ਦੇ ਆਦੇਸ਼ ਨਮਸਕਾਰ ਕਰਦੇ ਨੇ ਔਰ ਉਹ ਜਾਣਦੇ ਨੇ ਕਿ ਇੱਕ ਮੁੱਢ ਤੋਂ ਸਾਡਾ ਰਾਖਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਆਦ ਜੁਗਾਦੀ ਹੈ ਪੀ ਹੋਗ। ਮੁੱਢ ਤੋਂ ਜੁਗਾਂ ਜੁਗਾਂਤਰਾਂ ਤੋਂ ਹੈ, ਹੁਣ ਵੀ ਹੈ, ਅੱਗੇ ਵੀ ਰਹੇਗਾ। ਉਹ ਅਪਰੰਪਰ ਕਰਨਾ ਜੋਗ। ਉਹ ਅਪਰੰਪਰ ਹੈ, ਪਹਿਲਾਂ ਵੀ ਉਸੇ ਨੇ ਕੀਤਾ, ਹੁਣ ਵੀ ਉਹੀ ਕਰ ਰਿਹਾ ਤੇ ਅੱਗੇ ਨੂੰ ਵੀ ਉਹੀ ਕਰਨ ਯੋਗ ਹੈ। ਦਸਵੇਂ ਨਾਮਦਾਨ ਇਸ਼ਨਾਨ। ਦਸਵੀਂ ਦੁਆਰਾ ਉਪਦੇਸ਼ ਦਿੰਦੇ ਆ ਭਾਈ ਨਾਮ ਦਾਨ ਤੇ ਇਸ਼ਨਾਨ ਦ੍ਰਿੜ ਕਰੋ। ਅਨਦਿਨ ਮਜਨ ਸੱਚਾ ਗੁਣ ਗਿਆਨ। ਸੱਚੇ ਗੁਣ ਗਾਣੇ ਪਰਮੇਸ਼ਰ ਦੇ ਔਰ ਇਸ ਗਿਆਨ ਨੂੰ ਹਿਰਦੇ 'ਚ ਧਾਰਨ ਕਰਨਾ, ਇਹ ਸਮਝ ਲਓ ਵੀ 8 ਪਹਿਰ ਦਾ ਇਸ਼ਨਾਨ ਹੈ। ਸੱਚ ਮੈਲ ਨਾ ਲਾਗੈ ਭ੍ਰਮ ਪੋ ਭਾਗੈ। ਜਿਹੜਾ ਸੱਚ ਹੈ ਭਾਈ ਉਹਨੂੰ ਮੈਲ ਨਹੀਂ ਲੱਗਦੀ। ਜਿਹੜੇ ਸੱਚ ਨਾਲ ਜੁੜੇ ਹੋਏ ਨੇ ਉਹਨਾਂ ਅੰਦਰੋਂ ਭਰਮ ਭੱਜ ਜਾਂਦੇ ਨੇ, ਡਰ ਨਸ ਜਾਂਦੇ ਹਨ। ਫਿਲਮ ਨਾ ਟੂਟਸ ਕਾਚੈ ਧਾਗੇ। ਆ ਜਿਹੜੇ ਕੱਚੇ ਧਾਗੇ ਨੇ ਮਾਇਆ ਦੇ, ਇਹਨਾਂ ਨੂੰ ਟੁੱਟਦਿਆਂ ਦੇਰੀ ਨਹੀਂ ਲੱਗਦੀ। ਜੋ ਧਾਗਾ ਜਗ ਏਵੇਂ ਜਾਣੋ। ਕਹਿੰਦੇ ਜਿਵੇਂ ਕੱਚਾ ਧਾਗਾ ਹੁੰਦਾ ਏਦਾਂ ਇਹ ਜਗ ਜਾਣੋ। ਜਿਵੇਂ ਕੱਚੇ ਧਾਗੇ ਦੇ ਟੁੱਟਦਿਆਂ ਦੇਰੀ ਨਹੀਂ ਲੱਗਦੀ, ਤਿਵੇਂ ਇਸ ਜਗ ਦੇ ਬਿਨਸਦਿਆਂ ਵੀ ਦੇਰੀ ਨਹੀਂ ਲੱਗਣੀ। ਅਸਥਿਰ ਚੀਤ ਸਾਚ ਰੰਗ ਮਾਣੋ। ਆਪਣੇ ਚਿੱਤ ਨੂੰ ਟਿਕਾ ਕੇ ਸਾਧ ਸੰਗਤ ਵਿੱਚ ਆ ਕੇ ਪਰਮੇਸ਼ਰ ਦੀ ਭਗਤੀ ਦਾ ਰੰਗ ਮਾਣੋ। ਇਕਾਦਸੀ ਇੱਕ ਹਿਰਦੈ ਵਸਾਵੈ। ਇਕਾਦਸੀ ਦੁਆਰਾ ਉਪਦੇਸ਼ ਦਿੰਦੇ ਇੱਕ ਨੂੰ ਆਪਣੇ ਹਿਰਦੇ 'ਚ ਵਸਾਵੋ ਭਾਈ, ਇੱਕ ਨੂੰ ਆਪਣੇ ਹਿਰਦੇ 'ਚ ਧਿਆਵੋ। ਹਿੰਸਾ ਮਮਤਾ ਮੋਹ ਚੁਕਾਵੈ। ਹਿਰਦੇ 'ਚੋਂ ਹਿੰਸਾ ਮੈਂ ਮੇਰੀ ਦੀ ਮਮਤਾ ਦੀ ਬਿਰਤੀ ਔਰ ਮੋਹ ਦਾ ਭਾਵ ਆਪਣੇ ਹਿਰਦੇ 'ਚੋਂ ਦੂਰ ਕਰੋ। ਫਲ ਪਾਵੈ ਬ੍ਰਤ ਆਤਮ ਚੀਨੈ। ਕਹਿੰਦੇ ਜਿਨ੍ਹਾਂ ਨੇ ਆਪਣੇ ਨਿਜ ਆਤਮ ਸਵਰੂਪ ਨੂੰ ਜਾਣ ਲਿਆ ਉਹਨਾਂ ਨੂੰ ਮਾਨੋ ਵਰਤ ਰੱਖਣ ਦਾ ਫਲ ਪ੍ਰਾਪਤ ਹੋ ਗਿਆ। ਉਹਨਾਂ ਨੂੰ ਵੱਖਰੇ ਵਰਤ ਰੱਖਣ ਦੀ ਲੋੜ ਨਹੀਂ ਰਹੀ। ਪਾਖੰਡ ਰਾਚ ਤਤ ਨਹੀਂ ਬੀਨੈ। ਤੇ ਜਿਹੜੇ ਪਖੰਡ 'ਚ ਰਚੇ ਹੋਏ ਨੇ, ਪਖੰਡੀ ਨੇ, ਪਖੰਡ ਕਰਕੇ ਭਾਈ ਅੰਨ ਛੋਡਾ ਅੰਨ ਕਰਹਿ ਪਾਖੰਡ, ਏਦਾਂ ਦੀ ਬਿਰਤੀ ਰੱਖਣ ਵਾਲੇ ਨੇ ਉਹ ਤਤ ਨੂੰ ਨਹੀਂ ਜਾਣਦੇ। ਨਿਰਮਲ ਨਿਰਾਹਾਰ ਨਹਿ ਕੇਵਲ। ਵਾਹਿਗੁਰੂ ਨਿਰਮਲ ਹੈ, ਨਿਰਾਹਾਰ, ਉਹਨੂੰ ਕਿਸੇ ਭੋਜਨ ਦੀ ਲੋੜ ਨਹੀਂ ਹੈ। ਨਿਹ ਕੇਵਲ ਇੱਕੋ ਹੀ ਹੈ ਸਾਰਿਆਂ ਵਿੱਚ ਤੇ ਨਵੇਕਲਾ ਤੇ ਨਿਰਾਲਾ ਹੈ। ਸੁਚੈ ਸਾਚੇ ਨਾ ਲਾਗੈ ਮਲ। ਉਹਦੇ ਨਾਲ ਜਿਹੜੇ ਜੁੜੇ ਨੇ ਉਹ ਸੁੱਚੇ ਨੇ,
ਔਰ ਉਹਨਾਂ ਸੁੱਚਿਆਂ ਤੇ ਸੱਚਿਆਂ ਨੂੰ ਕਿਸੇ ਪ੍ਰਕਾਰ ਦੇ ਪਾਪ ਕਰਮ ਦੀ ਮੈਲ ਨਹੀਂ ਲੱਗਦੀ। ਜੈ ਦੇਖੋ ਤੈਂ ਏਕੋ ਏਕਾ, ਮੈਂ ਜਿੱਥੇ ਵੇਖਦਾ ਇੱਕੋ ਵਾਹਿਗੁਰੂ ਪਰਮੇਸ਼ਰ ਨੂੰ ਵੇਖਦਾ ਹਾਂ। ਹੋਰ ਜੀ ਉਪਾਏ ਵੇਕੋ ਵੇਕਾ, ਮੈਂ ਵੇਖਦਾ ਉਸੇ ਇੱਕੋ ਨਹੀਂ ਸਾਰੇ ਜੀਵ ਪੈਦਾ ਕੀਤੇ ਹੋਏ ਨੇ, ਵੇਕੋ ਵੇਕਾ ਵੱਖਰੇ ਵੱਖਰੇ। ਇਹ ਜਿੰਨੇ ਜੀਵ ਨੇ ਉਸ ਇੱਕ ਵਾਹਿਗੁਰੂ ਪਰਮੇਸ਼ਰ ਨੇ ਹੀ ਬਣਾਏ ਹਨ। ਫਲੋਹਾਰ ਕੀਏ ਫਲ ਜਾਏ, ਬਹੁਤ ਸਾਰੇ ਫਲੋਹਾਰ ਜੀਵ ਬਣਾਏ ਨੇ ਜਿਹੜੇ ਕੇਵਲ ਫਲ ਹੀ ਖਾਂਦੇ ਹਨ। ਰਸ ਖਸ ਖਾਏ ਸਾਧ ਗਵਾਏ, ਬਹੁਤ ਸਾਰੇ ਜੀਵ ਜਿਹੜੇ ਰਸ ਕਸਾਂ ਵਿੱਚ ਉਲਝੇ ਹੋਏ ਉਹ ਵਾਹਿਗੁਰੂ ਪਰਮੇਸ਼ਰ ਦੇ ਸਵਾਦ ਨੂੰ ਭੁਲਾਈ ਬੈਠੇ ਹਨ। ਕੂੜੈ ਲਾਲਚ ਲਪਟੈ ਲਪਟਾਏ, ਝੂਠੇ ਲਾਲਚ ਵਿੱਚ ਲੱਗੇ ਹੋਏ ਬੜੇ ਲੋਕ ਨੇ ਜਿਹੜੇ ਲੰਪਟ ਹੋ ਕੇ ਉੱਥੇ ਹੀ ਭਰਮੇ ਹੋਏ ਨੇ। ਛੂਟੈ ਗੁਰਮੁਖ ਸਾਚ ਕਮਾਏ, ਪਰ ਜੇ ਕੋਈ ਗੁਰਮੁਖ ਨਾਮ ਜਪਦਾ ਸੱਚ ਦੀ ਕਮਾਈ ਕਰਦਾ ਉਹ ਇਹਨਾਂ ਰਸਾਂ ਕਸਾਂ ਤੋਂ ਛੁੱਟ ਜਾਂਦਾ, ਮੁਕਤ ਹੋ ਜਾਂਦਾ। ਦੁਆਦਸ ਮੁਦਰਾ ਮਨ ਅਤੂਤਾ, ਦੁਆਦਸੀ ਤਿਥ ਦੁਆਰਾ ਉਪਦੇਸ਼ ਦਿੰਦੇ ਆ, ਕਹਿੰਦੇ ਆ ਭਾਈ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਤੇ 2 ਮਨ ਤੇ ਬੁੱਧ, ਇਹਨਾਂ 12 ਨੂੰ ਆਪਣੇ ਵਸ ਕਰ ਲਵੇ ਜਿਹੜਾ ਉਹ ਅਵਧੂਤ ਹੈ, ਉਹੀ ਅਸਲ ਦੇ ਵਿੱਚ ਤਿਆਗੀ ਹੈ। ਐਨਸ ਜਾਗਹਿ ਕਬਹਿ ਨਾ ਸੂਤਾ, ਇਹੋ ਜਿਹਾ ਅਵਧੂਤ ਸਦਾ ਹੀ ਜਾਗਦਾ, ਉਹ ਕਦੇ ਨਹੀਂ ਸੌਂਦਾ ਗਫਲਤ ਦੀ ਨੀਂਦ ਵਿੱਚ। ਜਾਗਤ ਜਾਗ ਰਹਿ ਲਿਵ ਲਾਏ, ਉਹ ਜਾਗਦਿਆਂ ਵਾਹਿਗੁਰੂ ਪਰਮੇਸ਼ਰ ਨਾਲ ਆਪਣੀ ਲਿਵ ਲਾ ਕੇ ਰੱਖਦੇ ਹਨ। ਗੁਰ ਪਰਚੈ ਤਿਸ ਕਾਲ ਨਾ ਖਾਏ, ਔਰ ਜਦੋਂ ਉਹ ਪਰਚ ਜਾਂਦੇ ਆ ਸੱਚ ਵਿੱਚ ਫਿਰ ਉਹ ਕਾਲ ਦੀ ਖੁਰਾਕ ਨਹੀਂ ਬਣਦੇ, ਕਾਲ ਉਹਨਾਂ ਤੇ ਹਾਵੀ ਨਹੀਂ ਹੁੰਦਾ। ਅਤੀਤ ਭਏ ਮਾਰੇ ਬਹਿਰਾਈ, ਜਿਹੜੇ ਭਾਈ ਵੈਰੀਆਂ ਨੂੰ ਮਾਰ ਲੈਂਦੇ ਆਪਣਿਆਂ ਨੂੰ, ਵੈਰੀ ਕਿਹੜੇ ਨੇ 5 ਕਾਮ ਕ੍ਰੋਧ ਆਦਿਕ ਵੈਰੀਆਂ ਨੂੰ ਮਾਰ ਲੈਂਦੇ ਨੇ, ਉਹ ਅਸਲ ਵਿੱਚ ਅਤੀਤ ਨੇ, ਵਿਰਾਗੀ ਸਾਧ ਹਨ। ਪਣਵਤ ਨਾਨਕ ਤਹ ਲਿਵ ਲਾਈ, ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਕਹਿੰਦੇ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਨਾਲ ਆਪਣੀ ਲਿਵ ਲਾਈ ਹੈ। ਦੁਆਦਸੀ ਦਇਆ ਦਾਨ ਕਰ ਜਾਣੈ, ਦੁਆਦਸੀ ਤਰੀਕ ਦੁਆਰਾ ਕਹਿੰਦੇ ਆ ਭਾਈ ਆਪਣੇ ਹਿਰਦੇ 'ਚ ਬਿਰਤੀ ਰੱਖ ਕੇ ਦਇਆ ਦੀ ਬਿਰਤੀ ਰੱਖਣੀ ਹੈ। ਭਾਈ ਜੇ ਤੈਨੂੰ ਸક્ષਮ ਬਣਾਇਆ ਪਰਮੇਸ਼ਰ ਨੇ, ਤੂੰ ਦਇਆ ਕਰਕੇ ਦਾਨ ਦੀ ਬਿਰਤੀ ਵੀ ਰੱਖਣੀ ਹੈ। ਬਾਹਰ ਜਾਤੋ ਭੀਤਰ ਆਣੈ, ਔਰ ਇਹ ਜਿਹੜਾ ਮਨ ਬਾਹਰ ਜਾਂਦਾ ਬਾਰ-ਬਾਰ ਇਹਨੂੰ ਮੋੜ-ਮੋੜ ਕੇ ਅੰਦਰ ਲੈ ਕੇ ਆਉਣਾ ਹੈ। ਗੁਰ ਸ਼ਬਦੀ ਉਹ ਮਨ ਹੋੜੀਆ, ਮੋੜ-ਮੋੜ ਕੇ ਗੁਰੂ ਕੇ ਸ਼ਬਦ ਦੁਆਰਾ ਇਸ ਮਨ ਨੂੰ ਅੰਦਰ ਲਿਆਉਣਾ। ਵਰਤੀ ਵਰਤ ਰਹਿ ਨਿਹਕਾਮ, ਕਹਿੰਦੇ ਨਿਸ਼ਕਾਮ ਹੋ ਕੇ ਰਹੇ, ਇਹੀ ਅਸਲ ਵਰਤ ਹੈ। ਕਾਮਨਾ ਤੋਂ ਰਹਿਤ ਹੋ ਕੇ ਰਹੇ, ਕੋਈ ਕਾਮਨਾ ਕਰੇ ਹੀ ਨਾ ਆਪਣੇ ਮਨ 'ਚ। ਜਿਵੇਂ ਕੋਈ ਭੁੱਖਾ ਹੋ ਕੇ ਕਹਿੰਦਾ ਨਾ ਮੈਂ ਰੋਟੀ ਛੱਡ ਦਿੱਤੀ ਮੇਰਾ ਵਰਤ ਹੈ, ਕਹਿੰਦੇ ਭਾਈ ਉਹ ਤਾਂ ਤੂੰ ਮੁੜ ਕੇ ਫੇਰ ਖਾ ਲੈਣੀਆਂ ਨੇ, ਕਾਹਦਾ ਵਰਤ ਹੈ? ਅਸਲ ਵਰਤ ਇਹ ਹੈ ਕਿ ਤੂੰ ਕੋਈ ਕਾਮਨਾ ਹੀ ਨਾ ਰੱਖ ਆਪਣੇ ਹਿਰਦੇ 'ਚ, ਨਿਸ਼ਕਾਮ ਹੋ ਜਾ। ਕਾਮਨਾ ਤੋਂ ਰਹਿਤ ਹੋਣ ਦੀ ਬਿਰਤੀ ਦਾ ਨਾਮ ਅਸਲੀ ਵਰਤ ਹੈ। ਜਪਾ ਜਾਪ ਜਪੈ ਮੁਖ ਨਾਮ, ਆਪਣੇ ਮੁਖ ਤੋਂ ਵਾਹਿਗੁਰੂ 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 ਜਪਣਾ, ਇਹੀ ਅਜਪਾ ਜਾਪ ਹੈ। ਤੀਨ ਭਵਨ ਮੈਂ ਏਕੋ ਜਾਣੈ, ਔਰ ਇਹ ਜਾਣ ਲੈ ਕਿ ਤਿੰਨਾਂ ਭਵਨਾਂ ਵਿੱਚੋਂ ਇੱਕ ਹੀ ਵਰਤਦਾ, ਇੱਕ ਹੀ ਸੁਆਮੀ ਹੈ। ਸਭ ਸੁਚ ਸੰਜਮ ਸਾਜ ਪਛਾਣੈ, ਜਿਹੜੇ ਸੱਚ ਨੂੰ ਪਛਾਣ ਲੈਂਦੇ ਨੇ ਉਹਨਾਂ ਨੂੰ ਸਭ ਸੁਚ ਸੰਜਮ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇਰਸ ਤਰਵਰ ਸਮੁੰਦ ਕਿਨਾਰੈ, ਤੇਰਸ ਤਿਥ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ ਭਾਈ ਇਹ ਤਰਵਰ ਸਮੁੰਦ ਕਿਨਾਰੇ ਜਿੰਨੇ ਹਨ, ਅੰਮ੍ਰਿਤ ਮੂਲ ਸਿਖਰ ਲਿਵ ਤਾਰੈ, ਇਹਨਾਂ ਵਿੱਚ ਅਸਲ ਵਿੱਚ ਅੰਮ੍ਰਿਤ ਮੂਲ ਕਰਕੇ ਵਾਹਿਗੁਰੂ ਪਰਮੇਸ਼ਰ ਹੀ ਵਸਦਾ। ਜਿਹੜੇ ਉਹਦੇ ਨਾਲ ਸਿਖਰ ਨਾਲ ਆਪਣੀ ਲਿਵ ਲਾਉਂਦੇ ਨੇ ਉਹ ਤਰ ਜਾਂਦੇ ਹਨ। ਡਰ ਡਰ ਮਰੈ ਨਾ ਬੁੱਢੈ ਕੋਏ, ਜਿਹੜੇ ਕੇਵਲ ਸੰਸਾਰ ਦੇ ਵਿੱਚ ਭੈ ਦੇ ਨਾਲ ਡਰ ਡਰ ਕੇ ਪਰਮੇਸ਼ਰ ਦਾ ਭੈ ਨਹੀਂ ਮੰਨਦੇ, ਹੋਰ ਹੀ ਕਈ ਡਰ ਡਰ ਆਪਣੇ ਹਿਰਦੇ 'ਚ ਰੱਖਦੇ ਨੇ, ਹਾਏ ਕਿਤੇ ਇਦਾਂ ਨਾ ਹੋ ਜੇ, ਹਾਏ ਕਿਤੇ ਉਹ ਡਰ ਡਰ ਕੇ ਮਰ ਜਾਂਦੇ ਨੇ, ਡੁੱਬ ਜਾਂਦੇ ਨੇ। ਨਿਡਰ ਬੂੜ ਮਰੈ ਪਤ ਖੋਏ, ਔਰ ਜਿਹੜੇ ਨਿਡਰੇ ਨੇ ਰੱਬ ਦਾ ਡਰ ਨਹੀਂ ਮੰਨਦੇ ਉਹ ਡੁੱਬ ਮਰਦੇ ਨੇ ਆਪਣੀ ਇੱਜ਼ਤ ਗਵਾ ਕੇ। ਡਰ ਮਹਿ ਘਰ ਘਰ ਮੈਂ ਡਰ ਜਾਣੈ, ਕਹਿੰਦੇ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਡਰ ਹਿਰਦੇ 'ਚ ਜਾਣਦੇ ਨੇ ਉਹ ਅਸਲ ਵਿੱਚ ਆਪਣੇ ਘਰ ਨੂੰ ਜਾਣਦੇ ਹਨ। ਤਖਤ ਨਿਵਾਸ ਸੱਚ ਮਨ ਭਾਣੈ, ਉਹਨਾਂ ਦੇ ਮਨ ਨੂੰ ਸੱਚਾ ਭਾਉਂਦਾ ਔਰ ਉਹ ਜਾਣਦੇ ਨੇ ਕਿ ਤਖਤ ਨਿਵਾਸੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। 14 ਚੌਥੇ ਥਾਵੇਂ ਲੈ ਲਾ ਪਾਵੈ, ਕਹਿੰਦੇ 14 ਤਿਥ ਦੁਆਰਾ
ਉਪਦੇਸ਼ ਦਿੰਦਿਆਂ ਕਹਿੰਦੇ ਚੌਥੇ ਪਦ ਵਿੱਚ ਥਾਂ ਵਿੱਚ ਆਪਣੀ ਬਿਰਤੀ ਨੂੰ ਜੋੜੇ। ਰਾਜਸ ਤਾਮਸ ਸਤ ਕਾਲ ਸਮਾਵੈ। ਰਾਜਸ ਤਾਮਸ ਤੇ ਸਤਸ ਇਹ ਤਿੰਨੇ ਗੁਣ ਜਿਹੜੇ ਨੇ ਸਮਾ ਜਾਣ। ਸਸੀਰ ਕਹਿ ਕਰ ਸੂਰ ਸਮਾਵੈ। ਸਸੀਰ ਚੰਦਰਮਾ ਦੇ ਘਰ 'ਚ ਸੂਰਜ ਸਮਾ ਜਾਵੇ, ਐਸਾ ਕਿਹਾ ਜਾਂਦਾ। ਚੰਦਰਮਾ ਕੀ ਹੈ? ਚੰਦਰਮਾ ਸਤੋਗੁਣ ਹੈ ਤੇ ਤੇਜਸ ਵਾਲਾ ਸੂਰਜ ਤਮੋਗੁਣ ਹੈ। ਤਮੋਗੁਣ ਸਤੋਗੁਣ ਵਿੱਚ ਆ ਕੇ ਸਮਾ ਜਾਵੇ। ਇੱਦਾਂ ਵੀ ਮਹਾਂਪੁਰਸ਼ ਅਰਥ ਕਰਦੇ ਹੈ ਵੀ ਜਦੋਂ ਯੋਗ ਦੀ ਸਾਧਨਾ ਕੀਤੀ ਜਾਂਦੀ ਹੈ ਤਾਂ ਈੜਾ ਪਿੰਗਲਾ ਸੁਖਮਨਾ ਤਿੰਨ ਨਾੜੀਆਂ ਹਨ। ਇੱਕ ਸੂਰਜ ਦੀ ਨਾੜੀ ਹੈ, ਇੱਕ ਚੰਦਰਮਾ ਦੀ ਨਾੜੀ ਹੈ। ਜਦੋਂ ਮਿੱਝ ਜੰਮ ਜਾਂਦਾ ਹੈ ਚੰਦਰਮਾ ਦੇ ਨਾਲ, ਉਹ ਠੰਡਾ ਹੋ ਜਾਂਦਾ ਮਿੱਝ, ਉਸ ਵੇਲੇ ਸੂਰਿਆ ਨਾੜੀ ਨੂੰ ਚਲਾ ਕਰਕੇ ਉਸ ਦੁਆਰਾ ਅਗਨੀ ਨੂੰ ਪ੍ਰਚੰਡ ਕਰਕੇ ਜਿਹੜੇ ਸਾਧਕ ਨੇ ਯੋਗੀ ਉਸ ਜੰਮੀ ਹੋਈ ਮਿੱਝ ਨੂੰ ਖਤਮ ਕਰਕੇ ਦਸਮ ਦੁਆਰ ਵਿੱਚ ਆਪਣੀ ਸੁਰਤ ਚੜਾਉਂਦੇ ਹਨ। ਕਹਿੰਦੇ ਸਾਡੇ ਵਾਸਤੇ ਤਾਂ ਚੰਦਰਮਾ ਦੇ ਘਰ 'ਚ ਸੂਰਜ ਸਮਾਉਣ ਦਾ ਮਤਲਬ ਹੈ ਕਿ ਸਤੋ ਗੁਣ ਦੇ ਵਿੱਚ ਹੀ ਤਮੋ ਗੁਣ ਨੂੰ ਸਮਾ ਦੇਣਾ। ਜੋਗ ਜੁਗਤ ਕੀ ਕੀਮਤ ਪਾਵੈ। ਉਹੀ ਅਸਲ ਵਿੱਚ ਜੋਗ ਦੀ ਜੁਗਤ ਦੀ ਕੀਮਤ ਨੂੰ ਪਾਉਂਦੇ ਤੇ ਜਾਣਦੇ ਹਨ। 14 ਭਵਨ ਪਾਤਾਲ ਸਮਾਏ। ਇਹ 14 ਭਵਨ ਤੇ ਪਤਾਲਾਂ ਵਿੱਚ ਵਾਹਿਗੁਰੂ ਸਮਾਇਆ ਹੋਇਆ ਹੈ। ਖਰੈ ਖੰਡ ਬ੍ਰਹਮੰਡ ਰਹਿਆ ਲਿਵ ਲਾਏ। ਮੈਂ ਉਸੇ ਵਾਹਿਗੁਰੂ ਪਰਮੇਸ਼ਰ ਨਾਲ ਲਿਵ ਲਾਉਣਾ ਜਿਹੜਾ ਖੰਡਾਂ ਬ੍ਰਹਮੰਡਾਂ ਵਿੱਚ ਵਸਦਾ ਹੈ। ਅਮਾਵਸਿਆ ਚੰਦ ਗੁਪਤ ਗੈਨਾਰ। ਅਮਾਵਸ ਦੁਆਰਾ ਕਹਿੰਦੇ ਭਾਈ ਇਹ ਚੰਦ ਜਿੰਨੇ ਵੀ ਗੁਪਤ ਆਦਿਕ ਗੈਣ ਆਦਿਕ ਹਨ। ਬੁਝੋ ਗਿਆਨੀ ਸ਼ਬਦ ਵਿਚਾਰ। ਹੇ ਗਿਆਨੀਓ ਸ਼ਬਦ ਦੀ ਵਿਚਾਰ ਕਰਕੇ ਬੁੱਝੋ। ਸਸੀਰ ਗਗਨ ਜੋਤ ਤਹ ਲੋਈ। ਆ ਚੰਦਰਮਾ ਵਿੱਚ, ਆਕਾਸ਼ ਵਿੱਚ, ਸੂਰਜ ਵਿੱਚ ਜਿਹੜੀ ਜੋਤ ਹੈ ਤਿੰਨਾਂ ਲੋਕਾਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ। ਕਰ ਕਰ ਵੇਖੈ ਕਰਤਾ ਸੋਈ। ਉਹੀ ਇਹਨਾਂ ਸਾਰਿਆਂ ਨੂੰ ਕਰ ਕਰਕੇ ਵੇਖਣ ਵਾਲਾ ਹੈ। ਗੁਰ ਤੇ ਦੀਸੈ ਸੋ ਤਿਸ ਹੀ ਮਾਹੇ। ਮਹਾਰਾਜ ਜੀ ਕਹਿੰਦੇ ਭਾਈ ਇਹ ਸਭ ਕੁਝ ਗੁਰੂ ਵਿੱਚੋਂ ਹੀ ਦਿਸਦਾ ਹੈ, ਸਭ ਕੁਝ ਗੁਰੂ ਵਿੱਚ ਹੀ ਸਮਾਇਆ ਹੋਇਆ ਹੈ। ਮਨਮੁਖ ਭੁੱਲੇ ਆਵੇਂ ਜਾਹੇ। ਪਰ ਜਿਹੜੇ ਮਨਮੁਖ ਨੇ ਉਹ ਭੁੱਲੇ ਹੋਏ ਆਪਣੇ ਨਿਜ ਸਰੂਪ ਤੋਂ ਆਉਂਦੇ ਜਾਂਦੇ ਰਹਿੰਦੇ ਹਨ। ਘਰ ਦਰ ਥਾਪ ਥਿਰ ਥਾਨ ਸੁਹਾਵੈ। ਬਾਦਸ਼ਾਹ ਕਹਿੰਦੇ ਘਰ ਦਰ ਵਿੱਚ ਸਾਰਿਆਂ ਨੂੰ ਥਾਪ ਕੇ ਬਣਾ ਕੇ ਉਹ ਥਿਰ ਹੋ ਕੇ ਸਾਰਿਆਂ ਵਿੱਚ ਸੋਭਨੀਕ ਹੋਣ ਵਾਲਾ ਹੈ। ਆਪ ਪਛਾਣੈ ਜਾਂ ਸਤਿਗੁਰ ਪਾਵੈ। ਸਤਿਗੁਰਾਂ ਨੂੰ ਜਦੋਂ ਪ੍ਰਾਪਤ ਕਰੀਏ, ਗੁਰੂ ਵਾਲੇ ਹੋਈਏ ਤਾਂ ਆਪਣੇ ਆਪ ਦੀ ਪਛਾਣ ਹੁੰਦੀ ਹੈ। ਜਹ ਆਸਾ ਤੈ ਬਿਨਸ ਬਿਨਾਸਾ। ਜਿੱਥੇ ਆਸਾ ਹੈ ਉੱਥੇ ਹਮੇਸ਼ਾ ਵਿਨਾਸ਼ ਹੈ। ਫੂਟੈ ਖੱਪਰ ਦੁਬਦਾ ਮਨਸਾ। ਗੁਰਮੁਖਾਂ ਨੇ ਦੁਬਦਾ ਤੇ ਮਨਸਾ ਦਾ ਖੱਪਰ ਤੋੜ ਕੇ ਰੱਖ ਦਿੱਤਾ। ਉਹਨਾਂ ਅੰਦਰ ਨਾ ਦੁਬਦਾ ਹੈ ਨਾ ਮਨਸਾ ਹੈ। ਮਮਤਾ ਜਾਲ ਤੇ ਰਹਿ ਉਦਾਸਾ। ਉਹ ਮਮਤਾ ਦੇ ਜਾਲ ਤੋਂ ਉਦਾਸ ਤੇ ਉਪਰਾਮ ਹੋ ਕੇ ਰਹਿੰਦੇ ਨੇ ਜਿਹੜੇ ਗੁਰਮੁਖ ਹਨ। ਪਣਵਤ ਨਾਨਕ ਹਮ ਤਾਕੇ ਦਾਸਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਇਹੋ ਜਿਹੇ ਰੱਬ ਦੇ ਪਿਆਰੇ ਦਾਸ ਨੇ, ਮੈਂ ਉਹਨਾਂ ਦਾ ਦਾਸ ਹਾਂ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ। ਸਤਿਗੁਰੂ ਜੀ ਕਿਰਪਾ ਕਰਨ। ਅਖਰੀ ਅਰਥ ਆਪ ਜੀ ਦੇ ਨਾਲ ਇਸ ਪਾਵਨ ਸ਼ਬਦ ਦੇ ਸਾਂਝੇ ਕੀਤੇ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।